ਆਓ ਭਗਤ ਲਖ ਭਰੇ ਭੰਡਾਰਾ, ਲਖਮੀਆਂ ਲੱਖ ਗੋਲੀਆਂ, ਪਾਰਸ ਦੇ ਪਰਬਤ ਅਪਾਰਾ, ਪਾਰਿਜਾਤ ਲਖ ਬਾਗ ਵਿੱਚ, ਕਾਮਧੇਨ ਦੇ ਵੱਗ ਹਜ਼ਾਰਾਂ, ਲਖਮੀਆਂ ਲੱਖ ਗੋਲੀਆਂ, ਪਾਰਸ ਦੇ ਪਰਬਤ ਅਪਾਰਾ, ਲਖ ਅੰਮ੍ਰਿਤ ਲਖ ਇੰਦਰ ਲੈ, ਹੋਏ ਸੱਕੇ ਛਿੜਕਣ ਦਰਬਾਰਾ, ਸੂਰਜ ਚੰਦ ਚਿਰਾਗ ਲਖ, ਰਿੱਧ ਸਿੱਧ ਨਿਧ ਬੋਹਲ ਅੰਬਾਰਾ, ਸਭੇ ਵੰਡ ਵੰਡ ਦਿੱਤਿਓ, ਆਓ ਭਗਤ ਕਰ ਸੱਚ ਪਿਆਰਾ, ਭਗਤ ਵਚਲ ਸਤਿਗੁਰ ਨਿਰੰਕਾਰਾ, ਭਗਤ ਵਚਲ ਸਤਿਗੁਰ ਨਿਰੰਕਾਰਾ, ਤੁਮਰੀ ਮਹਿਮਾ ਅਪਰ ਅਪਾਰਾ, ਜਾ ਕਾ ਲਹਿਓ ਨ ਕਿਨਹੂ ਪਾਰਾ, ਦੇਵ ਦੇਵ ਰਾਜਨ ਕੇ ਰਾਜਾ, ਦੀਨ ਦਇਆਲ ਗਰੀਬ ਨਿਵਾਜਾ, ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ, ਅੰਧ ਲਿਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ, ਅੰਧ ਲਿਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ। ਘਰ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਕੋਈ ਜਾਣੈ ਕਵਨ ਇਹਾ ਜਗ ਮੀਤ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ। ਤਾਕੀ ਨਿਰਮਲ ਰੀਤ। ਕੋਈ ਜਾਣੈ ਕਵਨ ਇਹਾ ਜਗ ਮੀਤ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ। ਤਾਕੀ ਨਿਰਮਲ ਰੀਤ। ਰਹਾਉ। ਮਾਤ ਪਿਤਾ ਬਨਿਤਾ ਸੁਤ ਬੰਧਪ। ਇਸ਼ਟ ਮੀਤ ਅਰ ਭਾਈ।
ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹਿ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਹਾਹਾ ਕਰਤ ਬਿਹਾਨੀ ਅਬਦ ਹੈ, ਤਾ ਮਹਿ ਸੰਤੋਖ ਨਾ ਪਾਇਆ। ਹਸਤ ਰਥ ਅਸਬ ਪਵਨ ਤੇਜ, ਤਣੀ ਭੂਮਨ ਚਤੁਰਾਂਗਾ। ਸੰਗ ਨਾ ਚਾਲਿਓ ਇਨ ਮਹਿ ਕਛੁਐ, ਊਠ ਸਿਧਾਇਓ ਨਾਗਾ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਤਾਕੈ ਹਰ ਹਰ ਗਾਈਐ। ਨਾਨਕ ਈਹਾ ਸੁਖ ਆਗੈ ਮੁਖ ਊਜਲ, ਸੰਗ ਸੰਤਨ ਕੈ ਪਾਈਐ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਤਾਕੈ ਹਰ ਹਰ ਗਾਈਐ। ਨਾਨਕ ਈਹਾ ਸੁਖ ਆਗੈ ਮੁਖ ਊਜਲ, ਸੰਗ ਸੰਤਨ ਕੈ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ ਜੁਗ ਜੁਗ ਅਟਲ। ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਚਖੰਡ ਵਾਸੀ ਮਹਾਂਪੁਰਖ ਧੰਨ ਧੰਨ ਬਾਬਾ ਠਾਕੁਰ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਅਕਾਲ ਦਰਬਾਰ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਸੱਤਰਵਾਲਾ ਵਿਖੇ ਸਤਿਗੁਰੂ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਦੁਆਰਾ ਅੰਮ੍ਰਿਤ ਵੇਲੇ ਤੋਂ ਰੋਜ਼ਾਨਾ ਦੀ ਤਰ੍ਹਾਂ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਪੰਜ ਗੁਰਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਆਸਾ ਜੀ ਦੀ ਵਾਰ ਦਾ ਪਾਵਨ ਕੀਰਤਨ ਗੁਰੂ ਕੇ ਪਿਆਰਿਆਂ ਨੇ ਕੀਤਾ ਹੈ। ਅੰਮ੍ਰਿਤ ਵੇਲੇ ਤੋਂ ਗੁਰੂ ਕੀਆਂ ਸੰਗਤਾਂ ਨੇ, ਗੁਰੂ ਕੇ ਪ੍ਰੇਮੀਆਂ ਨੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਭਰ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਨੂੰ ਗਾ ਸੁਣ ਕਰਕੇ ਭਾਰੀ ਲਾਹਾ ਪ੍ਰਾਪਤ ਕੀਤਾ ਹੈ। ਆਓ ਗੁਰੂ ਪ੍ਰੇਮੀਓ, ਹੁਣ ਕੁਝ ਸਮੇਂ ਵਾਸਤੇ ਪਾਵਨ ਮੁਖ ਵਾਕ ਜੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ, ਇਸ ਮੁਖ ਵਾਕ ਦੀ ਕਥਾ ਸੁਣ ਕਰਕੇ ਹੋਰ ਵੀ ਲਾਹਾ ਖਟੀਏ। ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ, ਖੇਮਾਂ ਦੇ ਸਮੁੰਦਰ ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਕੇ ਜੈਤਸਰੀ ਰਾਗ ਦੇ ਵਿੱਚ ਸ੍ਰੀ ਮੁਖਵਾਕ ਰਾਹੀਂ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਇਹ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ
ਇਹ ਜੋ ਸੰਸਾਰ ਦੇ ਸੰਬੰਧ ਹਨ, ਰਿਸ਼ਤੇ ਹਨ, ਜਿਨ੍ਹਾਂ ਨੂੰ ਜੀਵ ਆਪਣੇ ਮੰਨੀ ਬੈਠਾ, ਹੋਰ ਕੋਈ ਸੋਝੀ ਨਹੀਂ ਹੈ। ਹੁਣ ਇੰਨਾ ਪਤਾ ਹੈ ਕਿ ਇਹ ਮੇਰੇ ਮਾਤਾ ਪਿਤਾ ਹਨ, ਇਹ ਮੇਰੇ ਭੈਣ ਭਰਾ ਹਨ, ਇਹ ਮੇਰੇ ਹੋਰ ਸੰਬੰਧੀ ਆ। ਮਹਾਂਪੁਰਖ ਵਿਦਵਾਨ ਜਨ ਦੱਸਦੇ ਹਨ ਕਿ ਜਦੋਂ ਇਹ ਜੀਵ ਮਾਤਾ ਦੇ ਉਦਰ ਵਿੱਚ ਹੁੰਦਾ, ਤੇ ਇਸ ਸਮੇਂ ਇਹਨੂੰ 100 ਸਾਲ ਦੀ 100 ਜਨਮ ਦੀ ਸੋਝੀ ਹੁੰਦੀ ਹੈ। ਪਿਛਲੇ 100 ਜਨਮ ਮੈਂ ਕਿਹੜੇ ਭੋਗੇ ਆ। ਉਥੇ ਗੁਰੂ ਕੇ ਪਿਆਰਿਓ, ਇਹ ਜੋ ਜਠਰਾਗਨ ਹੈ, ਜਠਰ ਅਗਨੀ, ਇਹਦਾ ਸੇਕ ਬੜਾ ਡਾਢਾ ਹੁੰਦਾ। ਇਹ ਪ੍ਰਬਲ ਅਗਨੀ ਜੋ ਹੈ, ਇੰਨੀ ਉਸ ਵੇਲੇ ਮਾਤਾ ਦੇ ਤੇਜ਼ ਹੁੰਦੀ ਹੈ ਕਿ ਜੇ ਕੱਚੇ ਰੋੜ ਵੀ ਖਾ ਲਏ ਤੇ ਉਹ ਵੀ ਹਜਮ ਹੋ ਜਾਂਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਬਾਣੀ ਵਿੱਚ ਕਥਨ ਕੀਤਾ ਹੈ, ਪੜਹੜ ਅਗਨ ਭਖੈ ਪੜਹਾਰੇ, ਊਰਧਮੁਖ ਮਹਾਂ ਗੁਬਾਰੇ, ਸਾਸ ਸਾਸ ਸੰਭਾਲੇ ਕਰਤਾ, ਉਥੈ ਖਸਮ ਛਡਾਏ ਲਿਆ। ਜਿੱਥੇ ਬੜੀ ਤੇਜ਼ ਇਹ ਅੱਗ ਮੱਚ ਰਹੀ ਹੁੰਦੀ ਹੈ, ਔਰ ਇਹ ਜੀਵ ਦਾ ਮੂੰਹ ਹੇਠਾਂ ਨੂੰ ਹੈ, ਪੈਰ ਉੱਪਰ ਨੂੰ ਹਨ, ਔਰ ਜੋ ਕੁਝ ਮਾਤਾ ਖਾਂਦੀ ਹੈ ਉਹ ਸਾਰਾ ਵਿਸ਼ਟਾ ਬਣ ਕੇ ਇਹਦੇ ਮੂੰਹ ਦੇ ਉੱਤੋਂ ਦੀ ਲੰਘ ਰਿਹਾ ਹੁੰਦਾ। ਉਥੇ ਸਵਾਸ ਸਵਾਸ ਪਰਮੇਸ਼ਰ ਨੂੰ ਪਰਾ ਬਾਣੀ ਦੁਆਰਾ ਇਹ ਜੀਵ ਚੇਤੇ ਕਰਦਾ। ਪ੍ਰਤਪਾਲ ਮਾਤਾ ਉਦਰ ਰਾਖੈ, ਲਗਨ ਦੇਤ ਨ ਸੇਕ, ਸੋਈ ਸੁਆਮੀ ਈਹਾ ਰਾਖੈ, ਬੂਝ ਬੁੱਧ ਵਿਵੇਕ, ਮੇਰੇ ਮਨ ਨਾਮ ਕੀ ਕਰ ਟੇਕ। ਉੱਥੇ ਪਿਆਰਿਓ ਪਰਮੇਸ਼ਰ ਨੂੰ ਸਵਾਸ ਸਵਾਸ ਸਿਮਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਫਿਰ ਇਹਦੀ ਰੱਖਿਆ ਕਰਦੇ ਆ। ਇਹ ਪ੍ਰਬਲ ਜਠਰਾ ਅਗਨੀ ਦਾ ਸੇਕ ਨਹੀਂ ਲੱਗਣ ਦਿੰਦੇ। ਸਤਿਗੁਰੂ ਜੀ ਕਥਨ ਕਰਦੇ ਪਿਆਰਿਆ, ਉਹੀ ਪਰਮੇਸ਼ਰ ਨੇ ਤੈਨੂੰ ਇੱਥੇ ਰੱਖਣਾ, ਤੂੰ ਉਸੇ ਨਾਮ ਨੂੰ ਜਪਣਾ ਕਰ। ਜਿਹੋ ਜੀ ਮਾਤਾ ਦੇ ਉਦਰ ਵਿੱਚ ਜਠਰਾ ਅਗਨੀ ਬੜੀ ਪ੍ਰਬਲ ਹੈ, ਬਾਹਰ ਮਾਇਆ ਰੂਪੀ ਅਗਨ ਬੜੀ ਪ੍ਰਬਲ ਹੈ। ਇਹ ਮਾਇਆ ਲੱਗੀ ਹੈ ਨਾ ਜੀਵਾਂ ਨੂੰ। ਕਹੋ ਕਬੀਰ ਜਿਸ ਉਦਰ ਤਿਸ ਮਾਇਆ, ਇਹ ਸਾਰਿਆਂ ਨੂੰ ਚੰਬੜੀ ਹੋਈ ਆ, ਔਰ ਚੇਤੇ ਆਉਣੀ ਨਹੀਂ ਦਿੰਦੀ ਕਿਰਨ ਮਾਤਰ ਵੀ।
ਕਿੰਚਤ ਪ੍ਰੀਤ ਨ ਬੁਝੈ ਜਨ ਕੋ, ਜਨ ਕਾਹ ਕਰੇ ਵਿਚਾਰੇ। ਖੇਨ ਮਾਤਰ ਵੀ ਪਰਮੇਸ਼ਰ ਦੀ ਪ੍ਰੀਤੀ ਇਹ ਮਾਇਆ ਪੈਦਾ ਨਹੀਂ ਹੋਣ ਦਿੰਦੀ ਜੀਵ ਦੇ ਹਿਰਦੇ 'ਚ। ਇਹ ਵਿਚਾਰੇ ਜੀਵ ਫਿਰ ਕੀ ਕਰ ਸਕਦੇ ਆ ਮਹਾਰਾਜ। ਸੋ ਮਾਤਾ ਦੇ ਉਦਰ ਤੋਂ ਇਹ ਅਰਦਾਸਾਂ ਕਰਦਾ ਕਿ ਮੈਨੂੰ ਬਾਹਰ ਕੱਢੋ, ਮੈਂ ਬਾਹਰ ਨਿਕਲ ਕੇ ਆਪ ਜੀ ਦਾ ਨਾਮ ਜਪਾਂਗਾ, ਸਵਾਸ ਸਵਾਸ ਸਿਮਰਨ ਕਰਾਂਗਾ, ਧਰਮ ਦੀ ਕਿਰਤ ਕਰਕੇ ਵੰਡ ਕੇ ਛਕਾਂਗਾ, ਦਸਵੰਧ ਕੱਢਾਂਗਾ, ਸ਼ੁਭ ਕਰਮ ਕਰਾਂਗਾ। ਪਰ ਜਦੋਂ ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ, ਆਵੈ ਜਾਏ ਭਵਾਈਆ ਜੋਨੀ, ਰਹਿਣ ਨ ਕਿਤਹੀ ਥਾਏ ਭਇਆ। ਉੱਥੇ ਤਾਂ ਅਰਦਾਸਾਂ ਕਰਦਾ ਤੇ ਪਰਮੇਸ਼ਰ ਨੇ ਬਾਹਰ ਕੱਢ ਲਿਆ। ਜਦੋਂ ਬਾਹਰ ਨਿਕਲਿਆ ਤੇ ਪਰਮੇਸ਼ਰ ਨੂੰ ਭੁੱਲ ਗਿਆ। ਮਾਤਾ ਦੇ ਉਦਰ ਤੋਂ ਨਿਕਲਦਿਆਂ ਸਾਰ ਇਹਨੂੰ ਕਿਸ ਪ੍ਰਕਾਰ ਮਾਇਆ ਚੰਬੜੀ, ਮਾਇਆ ਦਾ ਰੂਪ ਕੀ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੂੰ ਪੁੱਛੀਏ ਤਾਂ ਮਹਾਰਾਜ ਜੀ ਨੇ ਇੱਕ ਪੰਕਤੀ ਵਿੱਚ ਹੀ ਸਾਰਾ ਨਿਚੋੜ ਕੱਢ ਦਿੱਤਾ। ਆਨੰਦ ਸਾਹਿਬ ਵਿੱਚ ਸਤਿਗੁਰੂ ਫਰਮਾਉਂਦੇ ਹਨ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹੀ ਮਾਇਆ ਹੈ ਜਿਹਦਾ ਕਰਕੇ ਪਰਮੇਸ਼ਰ ਭੁੱਲਦਾ। ਉਹ ਭਾਵੇਂ ਜੜ ਹੈ, ਚੇਤਨ ਹੈ, ਸੰਬੰਧੀ ਹਨ, ਕੋਈ ਦੁਸ਼ਮਣ ਹਨ, ਕੁਝ ਵੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸੇ ਹੀ ਮਾਇਆ ਜਿਹੜੀ ਹੈ ਨਾ ਜੀਵ ਨੂੰ ਕਿਸ ਤਰ੍ਹਾਂ ਭਰਮਾਉਂਦੀ ਹੈ, ਸਤਿਗੁਰੂ ਜੀ ਨੇ ਕਥਨ ਕੀਤਾ। ਵੇਖੋ ਮਾਇਆ ਇਹ ਮਨ ਨੂੰ ਤੇ ਕਿਵੇਂ ਕਬਜ਼ਾ ਕਰਦੀ ਜੀਵ ਤੇ। ਮਾਤਾ ਦੇ ਉਦਰ ਵਿੱਚ ਸਵਾਸ ਸਵਾਸ ਪਰਮੇਸ਼ਰ ਨੂੰ ਚੇਤੇ ਕਰ ਰਿਹਾ ਸੀ। ਉੱਥੇ ਨਾ ਕੁਝ ਪਹਿਨਣ ਦਾ ਚੇਤਾ ਸੀ, ਨਾ ਕੁਝ ਖਾਣ ਦਾ, ਨਾ ਕੁਝ ਹੋਰ। ਜਦੋਂ ਬਾਹਰ ਨਿਕਲਿਆ ਮਾਇਆ ਨੇ ਪ੍ਰਭਾਵ ਪਾਇਆ, ਵਿਲਕਣ ਲੱਗ ਪਿਆ। ਔਰ ਪਹਿਲੇ ਪਿਆਰ ਲੱਗਾ ਥਣ ਦੁੱਧ। ਸਭ ਤੋਂ ਪਹਿਲਾਂ ਮਾਇਆ ਇਹਨੂੰ ਕਿਵੇਂ ਚੰਬੜੀ, ਇਹਦਾ ਪ੍ਰੇਮ ਹੈ ਮਾਤਾ ਦੇ ਅਸਥਨ ਨਾਲ ਲੱਗ ਗਿਆ ਦੁੱਧ ਪੀਣ ਵਾਸਤੇ। ਉਸ ਵੇਲੇ ਨੂੰ ਹੋਰ ਕੁਝ ਨਹੀਂ ਚੇਤਾ ਕਿ ਕੌਣ ਮੇਰਾ ਸੰਬੰਧੀ ਹੈ, ਕੌਣ ਮੇਰਾ ਚਾਚਾ ਹੈ, ਤਾਇਆ ਹੈ, ਬਾਪੂ ਹੈ ਜਾਂ ਕੁਝ ਹੋਰ। ਇਹ ਭੁੱਖ ਲੱਗਦੀ ਹੈ ਤੇ ਰੋਂਦਾ ਹੈ, ਜਦੋਂ ਅਸਥਨ ਮੂੰਹ 'ਚ ਪੈ ਜਾਂਦਾ ਤੇ ਚੁੱਪ ਹੋ ਜਾਂਦਾ। ਬਸ ਇਹਨੂੰ ਇੰਨਾ ਪਤਾ। ਦੂਜਾ ਮਾਏ ਬਾਪ ਕੀ ਸੁਧ। ਦੂਜੀ ਅਵਸਥਾ ਵਿੱਚ ਇਹਨੂੰ ਮਾਤਾ ਪਿਤਾ ਦੀ ਖਬਰ ਹੋ ਜਾਂਦੀ ਹੈ, ਪਛਾਣ ਹੋ ਜਾਂਦੀ ਕਿ ਆਹ ਮੇਰੀ ਮਾਂ ਹੈ ਤੇ ਆਹ ਮੇਰਾ ਪਿਓ ਹੈ। ਤੀਜਾ ਭਈਆ ਭਾਬੀ ਬੇਵ। ਤੀਜਾ ਨੰਬਰ ਤੇ ਭਰਾ ਭਾਬੀ ਭੈਣ, ਇਹਨਾਂ ਦਾ ਪਤਾ ਲੱਗ ਜਾਂਦਾ ਕਿ ਆਹ ਮੇਰਾ ਭਰਾ ਹੈ, ਆਹ ਅੰਮਾ ਜਾਈ ਭੈਣ ਹੈ, ਆਹ ਮੇਰੇ ਭਰਾ ਦੀ ਘਰ ਵਾਲੀ ਭਰਜਾਈ ਹੈ।
ਥੋੜਾ ਜਿਹਾ ਇਹ ਹੋਰ ਵੱਡਾ ਹੁੰਦਾ ਤੇ ਖੇਡਾਂ 'ਚ ਲੱਗ ਜਾਂਦਾ। ਚੌਥਾ ਪਿਆਰ ਉਪੰਨੀ ਖੇਡ। ਚੌਥੀ ਅਵਸਥਾ ਵਿੱਚ ਇਹਦਾ ਪਿਆਰ ਖੇਡਾਂ ਦੇ ਵਿੱਚ ਲੱਗ ਜਾਂਦਾ ਹੈ, ਪੈਦਾ ਹੋ ਜਾਂਦਾ, ਖੇਡਾਂ ਖੇਡਦਾ। ਹੁਣ ਇਹੋ ਜਿਹੀਆਂ ਖੇਡ ਵਿੱਚ ਮਸਤ ਹੁੰਦਾ ਕਿ ਖਾਣ ਪੀਣ ਦਾ ਵੀ ਚੇਤਾ ਭੁੱਲ ਜਾਂਦਾ। ਖੇਡਾਂ ਕਈ ਤਰ੍ਹਾਂ ਦੀਆਂ, ਕਈ ਕਾਰਟੂਨ ਅੱਜ ਕੱਲ੍ਹ ਦੇ ਬੱਚੇ ਵੇਖਦੇ ਆ। ਸੋ ਕਿਸੇ ਘਰ ਗਏ ਤੇ ਉਹ ਕਹਿੰਦੇ ਬੈਠੇ ਬਚਨ ਵਿਲਾਸ ਕਰ ਰਹੇ ਸੀ, ਸਾਰੇ ਸਿੰਘ ਸੰਗਤ ਕਾਫੀ ਸੀ, ਸਾਰੇ ਸਿੰਘ ਬੈਠੇ ਭਜਨ ਵਿਲਾਸ ਚੱਲ ਰਹੇ। ਦਰਵਾਜ਼ਾ ਖੋਲ੍ਹਿਆ, ਕਹਿਣ ਲੱਗਾ, ਛੋਟਾ ਜਿਹਾ ਬੱਚਾ ਬੋਲਿਆ, ਕਹਿਣ ਲੱਗਾ ਡੈਡੀ ਪਾਣੀ ਪੀਣਾ। ਉਹ ਕਹਿਣ ਲੱਗਾ ਭਾਈ ਬਾਹਰ ਨਿਕਲ ਕੇ ਪੀ ਲਾ, ਇਹ ਕਿਹੜੀ ਗੱਲ ਆ। ਉਹਨੇ ਅੱਗੋਂ ਸਿਰ ਮਾਰਿਆ, ਹਿਲਾਇਆ, ਕਹਿੰਦਾ ਨਾ ਮੈਂ ਨਹੀਂ। ਫਿਰ 2 ਮਿੰਟ ਅਜੇ ਲੰਘੇ, ਦਰਵਾਜ਼ਾ ਫੇਰ ਖੁੱਲ੍ਹਾ। ਦੂਜਾ ਬੱਚੇ ਨੇ ਆਵਾਜ਼ ਮਾਰੀ, ਡੈਡੀ ਸੋ ਬਾਥਰੂਮ ਜਾਣਾ। ਕਹਿਣ ਲੱਗਾ ਕਿ ਮੈਂ ਬਾਥਰੂਮ ਤੂੰ ਜਾਣਾ, ਮੈਂ ਥੋੜ੍ਹੀ ਤੇਰੇ ਥਾਂ ਜਾ ਸਕਦਾ। ਬਾਹਰ ਨਿਕਲ ਕੇ ਜਾਇਆ, ਉਹਨੇ ਵੀ ਸਿਰ ਮਾਰਿਆ ਕਿ ਨਹੀਂ। ਸਿੰਘ ਹੈਰਾਨ ਹੋ ਕੇ ਪੁੱਛਣ ਲੱਗੇ ਕਿ ਇਹ ਕੀ ਗੱਲ ਹੈ। ਉਹਨੇ ਦੱਸਿਆ, ਉਹ ਭਾਈ ਨੇ ਦੱਸਿਆ, ਕਹਿਣ ਲੱਗੇ ਜੀ ਇਹ ਕਾਰਟੂਨ ਵੇਖ ਰਹੇ ਆ ਔਰ ਇਹਨਾਂ ਦਾ ਮਨ ਇੰਨਾ ਲੱਗਾ ਉੱਥੇ ਕਿ ਜੇ ਕੁਝ ਖਾਣਾ ਹੈ ਪੀਣਾ ਹੈ, ਜਿੰਨਾ ਚਿਰ ਮਸ਼ਹੂਰੀ ਆਉਂਦੀ ਹੈ ਨਾ ਕੋਈ ਐਡਵਰਟਾਈਜ਼ਮੈਂਟ, ਤੇ ਉਹਨਾਂ ਚਿਰ ਹੀ ਇਹ ਨਿਕਲ ਕੇ ਸਾਰੀ ਕਿਰਿਆ ਕਰਦੇ ਆ, ਬਾਕੀ ਫੇਰ ਆਪਣੀ ਡਿਊਟੀ ਔਨ ਹੋ ਜਾਂਦੇ ਆ। ਇੰਨਾ ਇਹ ਖੇਡਾਂ ਦੇ ਵਿੱਚ ਮਨ ਲੱਗਦਾ। ਪੰਜਵਾਂ ਖਾਣ ਪੀਣ ਕੀ ਧਾਤ। ਫਿਰ ਇਹ ਮਾਇਆ ਦਾ ਵੀ ਇਹ ਵੀ ਰੂਪ ਹੈ। ਇਹ ਰਸਨਾ ਜਿਹੜੀ ਹੈ ਨਾ, ਇਹਦੇ ਸਵਾਦਾਂ ਵਾਸਤੇ ਮੈਂ ਆਹ ਖਾਣਾ, ਅੱਜ ਮੈਂ ਖੀਰ ਖਾਣੀ ਆ, ਅੱਜ ਮੈਂ ਚਾਕਲੇਟ ਖਾਣੀ ਆ, ਮੈਂ ਆਹ ਮਤਲਬ ਵੱਖ ਵੱਖ ਜੋ ਵੀ ਇਹ ਜ਼ੁਬਾਨ ਦੇ ਰਸ ਆ, ਉੱਧਰ ਨੂੰ ਜੇ ਨਹੀਂ ਮਿਲਿਆ ਤੇ ਲਿਟਣਾ, ਮੈਨੂੰ ਇਹ ਕਿਉਂ ਨਹੀਂ ਮਿਲਿਆ। ਛੇਵੀਂ ਅਵਸਥਾ ਵਿੱਚ ਇਹ ਕਾਮ ਜਿਹੜਾ ਨਾ, ਇੱਕ ਕਿਸ਼ੋਰ ਅਵਸਥਾ ਆ ਗਈ, ਜੋਬਨ ਆ ਗਈ, ਇਹਦੇ ਤੇ ਸਰੀਰ ਤੇ ਕਾਮ ਜਿਹੜਾ ਨਾ ਉਹ ਪ੍ਰਭਾਵ ਪਾਉਂਦਾ। ਫਿਰ ਇਹ ਕਾਮ ਦੇ ਵਿੱਚ ਮਸਤ ਹੋਇਆ, ਕਾਮ ਦੇ ਅਧੀਨ ਹੋਇਆ, ਇਹ ਨਹੀਂ ਵੇਂਦਾ ਕਿ ਇਹ ਜਾਤ ਕਿਹੜੀ ਹੈ, ਸੋ ਇਹਦੇ ਸੰਬੰਧ ਬਣਦਾ ਕਿ ਨਹੀਂ, ਇਹ ਉਮਰ ਕੀ ਹੈ, ਮੇਰੀ ਉਮਰ ਕੀ ਹੈ, ਇਹਨਾਂ ਸੰਬੰਧ ਕੀ ਹੈ, ਰਿਸ਼ਤੇਦਾਰੀ ਕੀ ਹੈ। ਫਿਰ ਕਾਮ ਵਿੱਚ ਮਸਤ ਹੋਇਆ, ਸੋ ਇਸ ਤਰ੍ਹਾਂ ਗਲਤੀਆਂ ਕਰਦਾ। ਸੱਤਵੀਂ ਅਵਸਥਾ ਵਿੱਚ ਮਾਤਾ ਪਿਤਾ ਨੇ ਵਿਆਹ ਕਰਤਾ, ਬੜੇ ਚਾਵਾਂ ਨਾਲ ਵਿਆਹ ਕੀਤਾ, ਮਾਂ ਸੁੱਖਾਂ ਸੁੱਖ ਦੀ ਸੀ ਕਿ ਜਿਹਨੂੰ ਮੈਂ 9 ਮਹੀਨੇ ਪੇਟ 'ਚ ਰੱਖ ਕੇ ਦੁੱਖ ਸਹੇ ਆ, ਜਿਹਦੀ ਗੰਦਗੀ ਸਾਫ਼ ਕਰਦੀ ਰਹੀ ਆ, ਜਿਹਨੂੰ ਸੁੱਕੇ ਥਾਂ ਕਰਕੇ ਮੈਂ ਆਪ ਗਿੱਲੇ ਥਾਂ ਪੈਂਦੀ ਰਹੀ ਹਾਂ,
ਇਹਦਾ ਵਿਆਹ ਕਰਨਾ ਪੁੱਤ ਦਾ, ਲਾਡਲੇ ਦਾ, ਔਰ ਨਹੁੰ ਘਰ ਆਊਗੀ, ਮੇਰੀ ਸੇਵਾ ਕਰੂਗੀ। ਪਰ ਹੋਇਆ ਕਿ ਉਹੋ ਜਿਹੀ ਕਰਮਾਂ ਵਾਲੀ ਆ ਗਈ, ਉਹਨੇ ਇਹੋ ਜਿਹੀਆਂ ਸਿੱਖਿਆ ਦਿੱਤੀਆਂ ਕਿ ਪੁੱਤ ਜਿਹੜਾ ਸੀ ਮਾਂ ਨੂੰ ਬੁਲਾਉਣੋਂ ਵੀ ਹਟ ਗਿਆ। ਔਰ ਵੱਖ ਹੋਵੇ ਪੁੱਤ ਰੰਨ ਲੈ, ਪੁੱਤ ਜਿਹੜਾ ਸੀ ਉਹ ਵੱਖਰਾ ਹੋ ਗਿਆ, ਘਰ ਵਾਲੀ ਦੇ ਨਾਲ ਮਾਂ ਪਿਓ ਨੂੰ ਛੱਡਤਾ। ਪਦਾਰਥ ਇਕੱਠੇ ਕਰਨ ਲੱਗ ਪਿਆ। ਜਿਵੇਂ ਭਾਰ ਬਾਹਕ ਬੋਤ ਖੋਤ, ਜਿਵੇਂ ਖੋਤਾ ਭਾਰ ਢੋਂਦਾ ਛਟਾਂ, ਇਸ ਤਰ੍ਹਾਂ ਚੁੱਕਣ ਲੱਗ ਪਿਆ। ਘਰ ਵਾਲੀ ਦਾ, ਬੱਚਿਆਂ ਦਾ, ਉਹਨਾਂ ਦਾ ਇਹ ਸੇਵਕ ਬਣ ਗਿਆ। ਪਦਾਰਥ ਇਕੱਠੇ ਕਰਨ ਲੱਗ ਪਿਆ। 8ਵਾਂ ਕ੍ਰੋਧ ਹੋਆ ਤਨ ਨਾਸ। ਹੁਣ ਥੋੜੇ ਬੱਚੇ ਵੱਡੇ ਹੋਏ ਆ, ਆਖੇ ਨਹੀਂ ਲੱਗਦੇ, ਖਿੱਚਦਾ ਕਿ ਜੋ ਮੈਂ ਕਹਿਣਾ ਕਰਦੇ ਨਹੀਂ ਆ। ਕ੍ਰੋਧ ਕਰਦਾ, ਕ੍ਰੋਧ ਨਾਲ ਫਿਰ ਸਰੀਰ ਨਾਸ਼ ਹੁੰਦਾ, ਕਿਉਂਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਕਾਮ ਤੇ ਕ੍ਰੋਧ ਦੋਵੇਂ ਹੀ ਇਹ ਸਰੀਰ ਨੂੰ, ਮਨ ਨੂੰ ਸਾੜਦੇ ਆ। ਸ਼ੁਭ ਗੁਣਾਂ ਦਾ ਅੰਮ੍ਰਿਤ ਇਹ ਨਾਸ਼ ਕਰਦੇ ਆ। 9 ਧੌਲੇ ਉਭੇ ਸਾਹ। 9ਵੀਂ ਅਵਸਥਾ ਵਿੱਚ ਫਿਰ ਇਹ ਧੌਲੇ ਆ ਗਏ, ਸਾਹ ਔਖੇ ਆਉਣ ਲੱਗ ਪਏ। 10ਵਾਂ ਦੱਦਾ ਹੋਆ ਸਵਾਹ। ਅਖੀਰ ਦੀ ਬਾਕੀ ਫਿਰ ਇਹ ਹੰਸ ਉੱਡ ਗਿਆ। ਉੱਡਿਆ ਹੰਸ ਦਸਾਏ ਰਾਹ, ਗਏ ਸੇ ਗੀਤ ਪੁਕਾਰੀ ਧਾਹ। ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦਿਓ ਕਾਵ। ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਇਹ ਹਾਲਤ ਹੈ ਗੁਰੂ ਤੋਂ ਬਿਨਾ ਇਹ ਮਨਮੁਖ ਜੀਵ ਦੀ। ਮਾਇਆ ਬੜੀ ਪ੍ਰਬਲ ਹੈ। ਕਬੀਰ ਆਈ ਮੁਝੇ ਪਹੇ, ਅਨਕ ਕਰੇ ਕਰ ਭੇਸ। ਹਮ ਰਾਖੇ ਗੁਰ ਆਪਨੇ, ਉਨ ਕੀਨੋ ਆਦੇਸ। ਅਨੇਕਾਂ ਭੇਸ, ਅਨੇਕਾਂ ਵੇਸ਼ ਬਣਾ ਕਰਕੇ ਬਹੁਤ ਤਰੀਕਿਆਂ ਨਾਲ ਇਹ ਮਾਇਆ ਵਿਆਪਦੀ ਹੈ। ਇਹਦੇ ਤੋਂ ਕਿਵੇਂ ਛੁੱਟਿਆ ਜਾ ਸਕਦਾ? ਹਮ ਰਾਖੇ ਗੁਰ ਆਪਣੇ, ਸਾਨੂੰ ਆਪਣੇ ਸਤਿਗੁਰਾਂ ਨੇ ਰੱਖ ਲਿਆ। ਸਾਧੂ ਸਤਿਗੁਰੂ ਜੀ ਮਿਲੇ, ਗਰੀਬ ਨਵਾਜ ਜੀ ਨੇ ਕਿਰਪਾ ਕਰਕੇ ਇਹ ਮਾਇਆ ਦੇ ਪ੍ਰਭਾਵ ਤੋਂ ਬਚਾ ਲਿਆ। ਇਹਨੇ ਯਤਨ ਤਾਂ ਬੜੇ ਕੀਤੇ ਕਿ ਇਹਨੂੰ ਭਰਮਾ ਲਾਂ, ਪਰ ਸਤਿਗੁਰਾਂ ਦੀ ਕਿਰਪਾ ਨਾਲ ਫਿਰ ਆਖਰ ਨੂੰ ਨਮਸਕਾਰ ਕਰਕੇ ਗਈ ਕਿ ਧੰਨ ਭਗਤ ਕਬੀਰ, ਧੰਨ ਗੁਰੂ ਕੇ ਸਿੱਖ। ਸੋ ਜਿਸ ਮਾਇਆ ਨੇ ਸਭ ਜਗ ਠਗਾਨਾ, ਸੋ ਮਾਇਆ ਹਰ ਜਨ ਠਾਗੀ। ਸਾਰੇ ਜਗਤ ਨੂੰ ਇਹ ਜੋ ਠੱਗ ਬੂਟੀ ਲੱਗੀ ਹੈ, ਉਸ ਮਾਇਆ ਨੂੰ ਹਰੀ ਦੇ ਜਨਾਂ ਨੇ ਠੱਗ ਲਿਆ। ਠੱਗਿਆ ਕਿਵੇਂ? ਰਹਿੰਦੇ ਮਾਇਆ 'ਚ ਹੀ ਹਨ, ਪਰ ਮਾਇਆ ਦੇ ਮੋਹ ਤੋਂ ਨਿਰਲੇਪ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਹਨ। ਜੈਤਸਰੀ ਮਹੱਲਾ ਪੰਜਵਾ, ਘਰ ਤੀਜਾ। ਜੈਤਸਰੀ ਰਾਗਣੀ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਸੁਰ ਤਾਲ ਦੇ ਤੀਜੇ ਘਰ ਵਿੱਚ ਇਹ ਪਾਵਨ ਸ਼ਬਦ ਉਚਾਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦਿ।
ਧੰਨ ਗਰੀਬ ਨਵਾਜ ਪਹਿਲਾ ਬੀਜ ਮੰਤਰ ਉਚਾਰਨ ਕਰ ਰਹੇ ਹਨ। ਇੱਕ ਅਦਵੈਤ ਸਰੂਪ ਪਰਮਾਤਮਾ ਓੰਕਾਰ ਜੋ ਸਾਰਿਆਂ ਦਾ ਰਚਨਹਾਰ ਹੈ। ਸਤ ਜੋ ਸੱਚੀ ਵਸਤੂ ਉਹ ਹੁੰਦੀ ਹੈ ਜੋ ਤਿੰਨਾਂ ਕਾਲਾਂ ਵਿੱਚ ਨਾਸ਼ ਨਾ ਹੋਵੇ। ਸੋ ਪਹਿਲਾਂ ਵੀ ਹੈ ਸੀ, ਹੁਣ ਵੀ ਹੈ, ਅੱਗੇ ਨੂੰ ਵੀ ਹੈ। ਉਹਦੇ ਤੇ ਇਹ ਕਾਲ ਦਾ ਪ੍ਰਭਾਵ ਨਾ ਹੋਵੇ ਕਿ ਪਹਿਲਾਂ ਸੀ ਹੁਣ ਹੈ, ਗਾਹ ਨੂੰ ਪਤਾ ਨਹੀਂ ਹੋਵੇਗਾ ਕਿ ਨਹੀਂ। ਜਦ ਪਹਿਲਾਂ ਸੀ ਹੁਣ ਨਹੀਂ ਹੈ ਤੇ ਅੱਗੇ ਖਤਮ। ਗੁਰ ਚੇਤਨ ਹੈ, ਪ੍ਰਸਾਦ ਆਨੰਦ ਦੇਣ ਵਾਲਾ ਆਨੰਦ, ਖੁਸ਼ੀਆਂ ਖੇੜੇ ਮੰਗਲ। ਉਹ ਇੱਕ ਪਰਮੇਸ਼ਰ ਹੈ ਜੋ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਉਹ ਸਾਡਾ ਸੱਚਾ ਸਤਿਗੁਰੂ ਹੈ, ਤਿਸ ਦੀ ਪ੍ਰਸਾਦ ਸਾਡੇ ਉੱਪਰ ਕਿਰਪਾ ਹੈ। ਕੋਈ ਜਾਣੈ ਕਵਨ ਇਹਾ ਜਗ ਮੀਤ। ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਕੇ ਕਥਨ ਕਰ ਰਹੇ ਹਨ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਹ ਜੋ ਆਪਾਂ ਪ੍ਰਕਰਣ ਪਹਿਲਾਂ ਜੋ ਵਧਾ ਹੈ ਨਾ ਪ੍ਰਕਰਣ ਆਪਾਂ ਸਰਵਣ ਕੀਤਾ ਹੈ। ਕੋਈ ਜਾਣੈ, ਇਸ ਬਾਤ ਨੂੰ ਕੋਈ ਵਿਰਲਾ ਹੀ ਜਾਣਦਾ ਹੈ। ਕਵਨ ਇਹਾ ਜਗ ਮੀਤ, ਇਸ ਜੱਗ ਵਿੱਚ ਸੰਸਾਰ ਵਿੱਚ ਕੌਣ ਕਿਸੇ ਦਾ ਮਿੱਤਰ ਹੈ। ਇਸ ਬਾਤ ਨੂੰ ਕੋਈ ਵਿਰਲਾ ਹੀ ਸਮਝਦਾ ਹੈ। ਕਵਨ ਜਾਣੇ ਬੋਰ ਕੋਈ, ਕੋਈ ਜਾਣੈ, ਕੋਈ ਜਾਣੈ ਕਵਨ। ਕਿਹੜਾ ਜਾਣਦਾ ਭਾਈ ਕੌਣ ਆ। ਇਹਾ ਜਗ ਮੀਤ, ਇੱਥੇ ਕਿਹੜਾ ਸੰਸਾਰ ਚ ਮਿੱਤਰ ਹੈ। ਇਸ ਬਾਤ ਨੂੰ ਅੱਗੇ ਸਤਿਗੁਰੂ ਜੀ ਕਥਨ ਕਰਦੇ ਹਨ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਕੀ ਨਿਰਮਲ ਰੀਤ। ਜਿਸ ਉੱਪਰ ਪਰਮੇਸ਼ਰ ਵਾਹਿਗੁਰੂ ਜੀ ਕਿਰਪਾਲੂ ਦਿਆਲੂ ਹੁੰਦੇ ਆ, ਉਹੀ ਇਸ ਵਿਧੀ ਨੂੰ ਬੂਝੈ ਸਮਝਦਾ ਹੈ ਕਿ ਇਹ 4 ਦਿਨ ਦੀ ਖੇਡ ਹੈ। ਇਹ ਸਾਰੇ ਵੇਖਣ ਨੂੰ ਮਿਲੇ ਆ, ਅੰਤ ਨੂੰ ਨਾਲ ਚੱਲਣ ਵਾਲਾ ਕੋਈ ਨਹੀਂ ਹੈ। ਮਨ ਇਹਨਾਂ ਵਿੱਚ ਲੱਗ ਕੇ ਭੁੱਲਿਆ ਰਹਿੰਦਾ, ਨਾਮ ਤੋਂ ਸਿਮਰਨ ਤੋਂ ਇਹ ਕੁਥਾ ਰਹਿੰਦਾ ਹੈ। ਪਰ ਪਿਆਰਿਓ ਅੰਤ ਵੇਲੇ ਨਾਲ ਕੋਈ ਨਹੀਂ ਤੁਰਦਾ। ਉਹੀ 4 ਜਣੇ ਚੁੱਕ ਕੇ ਤੇ ਉਥੇ ਤੀਲੀ ਲਾ ਕੇ ਮੋੜ ਆਉਂਦੇ ਆ। ਝੂਠਾ ਰੁਦਨ ਹੋਆ ਦੁਆਲੈ, ਖਿਨ ਮਹਿ ਭਇਆ ਪਰਾਇਆ। ਝੂਠਾ ਝੂਠਾ ਰੋਣਾ ਹੁੰਦਾ ਨੇੜੇ, ਉਦਾਲੇ ਸਾਰੇ ਮਿਲ ਕੇ ਰੋ ਲੈਂਦੇ ਆ। ਬਾਕੀ ਖਿਨ ਮਾਤਰ ਚਿਓ ਜਿਹਨੂੰ ਆਪਣਾ ਬਣਾਇਆ ਸੀ ਜਾਂ ਜਿਹੜੇ ਆਪਣੇ ਬਣੇ ਸੀ ਉਹ ਸਾਰੇ ਪਰਾਏ ਹੋ ਜਾਂਦੇ ਆ। ਕਹਤੇ ਮਾਤ ਪਿਤਾ ਸੁਤ ਧੀਆ, ਕਹਤੇ ਗੁਰ ਚੇਲੇ ਫੁਨ ਹੁਆ। ਵੇਖ ਲਾ, ਇੱਕ ਨਾ ਮੇਰਾ ਮੇਰਾ ਪਤਾ ਨਹੀਂ ਕਿੰਨੇ ਕੁ ਪਹਿਲਾਂ ਮਾਤਾ ਪਿਤਾ ਤੇ ਧੀਆਂ ਪੁੱਤਰ ਹੋ ਚੁੱਕੇ ਆ। ਕਿੰਨੇ ਕੁ ਝੂਠਿਆਂ ਨੂੰ ਗੁਰੂ ਬਣਾਇਆ।
ਆਪ ਚੇਲਾ ਬਣਿਆ ਜਾਂ ਆਪ ਕੱਚਾ ਗੁਰੂ ਬਣ ਕੇ ਪਤਾ ਨਹੀਂ ਕਿੱਡਿਆਂ ਨੂੰ ਚੇਲੇ ਬਣਾਉਂਦਾ ਰਿਹਾ। ਇਹ ਸਾਰਾ ਇਹ ਖੇਡਾਂ ਇੱਕ ਜਨਮ ਦੀਆਂ ਨਹੀਂ, ਕੇਤਿਆ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਗੁਰ ਚੇਲੇ ਫੁਨ ਹੁਏ। ਆਗਾ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਛ ਹੁਣ ਹੁਐ। ਪਤਾ ਨਹੀਂ ਕਿੰਨਿਆਂ ਕੁ ਜਨਮਾਂ 'ਚ ਕਿੰਨਿਆਂ ਕੁ ਦੇ ਮਾਤਾ ਪਿਤਾ ਬਣ ਗਏ, ਕਿੰਨਿਆਂ ਕੁ ਦੇ ਧੀਆਂ ਪੁੱਤਰ ਬਣੇ ਆ। ਸਰੀਰ ਹੀ ਬਦਲੇ ਆ ਨਾ। ਇਸ ਆਤਮਾ ਨੇ ਕਿੰਨੇ ਕੁ ਜਨਮ ਧਾਰੇ ਆ, ਕਿੰਨੇ ਕੁ ਇਹ ਸਰੀਰ ਰੂਪੀ ਵਸਤਰ ਪਹਿਨਣਾ ਕੀਤੇ ਆ। ਇਸ ਕਰਕੇ ਜਿਸ ਨੇ ਇਸ ਵਿਧੀ ਨੂੰ ਸਤਿਗੁਰਾਂ ਦੇ ਪਾਸੋਂ ਸਮਝ ਲਿਆ ਨਾ, ਮਾਤ ਪਿਤਾ ਭਾਈ ਅਰ ਬੰਧਪ ਬੂਝਣ ਕੀ ਸਭ ਸੂਝ ਪਰੀ। ਸੰਗਤ ਵਿੱਚ ਮਿਲ ਕਰਕੇ ਕਿ ਮਾਤਾ ਪਿਤਾ ਕੌਣ ਹਨ, ਸੰਬੰਧੀ ਕਿਹੜੇ ਆ, ਇਹ ਸਮਝਣ ਦੀ ਸਾਰੀ, ਇਹ ਬੁੱਝਣ ਦੀ ਸਾਰੀ ਸਮਝ ਪੈ ਗਈ ਸਤ ਸੰਗਤ ਵਿੱਚ ਮਿਲ ਕਰਕੇ। ਫਿਰ ਉਹਨਾਂ ਦੀ ਨਿਰਮਲ ਰੀਤੀ ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਜਾਂਦੇ ਆ। ਉਹ ਮੋਹ ਦੇ ਗੁਰੂ ਕੇ ਪਿਆਰਿਓ ਮੋਹ ਤੋਂ, ਰਾਗ ਦਵੈਖ ਤੋਂ ਰਹਿਤ ਹੋ ਕਰਕੇ ਉਹ ਨਿਰਮਲ ਬੜੇ ਗੁਰਮੁਖ ਉਜਲ ਹੋ ਜਾਂਦੇ ਆ। ਉਹ ਜੋ ਕਰਮ ਕੋਈ ਵੀ ਕਰਦੇ ਆ ਨਾ, ਉਹ ਲਪਾਇਮਾਨਗੀ ਤੋਂ ਰਹਿਤ ਹੋ ਕਰਕੇ ਜਿਸ ਦੇ ਨਾਲ ਬੰਧਨ ਨਾ ਪੈਣ, ਇਹੋ ਜਿਹੇ ਸ਼ੁਭ ਕਰਮ ਕਰਦੇ ਹਨ। ਇਸ ਕਰਕੇ ਉਹਨਾਂ ਦੀ ਬੜੀ ਹੀ ਉੱਜਲ ਮਰਜ਼ਾਦਾ ਹੈ। ਜੋ ਰੀਤ ਹੈ ਨਾ ਸੰਸਾਰ ਵਿੱਚ, ਜਿਸ ਰੀਤੀ ਨਾਲ ਚੱਲਦੇ ਆ, ਇਹ ਵੀ ਬੜੀ ਉਹਨਾਂ ਗੁਰਮੁਖਾਂ ਦੀ ਨਿਰਮਲ ਹੈ, ਮੈਲ ਤੋਂ ਰਹਿਤ ਉੱਜਲ ਹੈ। ਰਹਾਉ ਮਾਤ ਪਿਤਾ ਬਨਿਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾ ਰਹੇ ਹਨ, ਮਾਤਾ ਪਿਤਾ ਜਿਨ੍ਹਾਂ ਨੇ ਜਨਮ ਦਿੱਤਾ ਹੈ, ਬਨਤਾ ਜੋ ਘਰ ਵਾਲੀ ਹੈ, ਸੁਤ ਪੁੱਤਰ, ਸੁਤ ਕਹਿੰਦੇ ਪੁੱਤਰ ਨੂੰ, ਬੰਧਪ ਬਾਕੀ ਜੋ ਸੰਬੰਧੀ ਹੈ, ਇਸ਼ਟ ਹੁੰਦੇ ਆ ਪਿਆਰੇ, ਕੋਈ ਪਿਆਰਾ ਲੱਗਦਾ ਆਪਣਾ, ਬਹੁਤ ਪਿਆਰਾ ਮਨ ਨੂੰ ਲੱਗਦਾ, ਔਰ ਮੀਤ ਜਿਹਨਾਂ ਮਿੱਤਰਤਾ ਪਾਈ ਹੋਵੇ ਕਿ ਮੈਂ ਤੇਰਾ ਮਿੱਤਰ ਤੂੰ ਮੇਰਾ ਮਿੱਤਰ। ਸੋ ਅਤੇ ਭਾਈ ਭਰਾ ਜੋ ਅੰਮਾ ਜਾਏ ਹਨ। ਇਸ ਤਰ੍ਹਾਂ ਇਹ ਸਾਰੇ ਹੀ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾ ਰਹੇ ਹਨ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ। ਇਹ ਪਿਆਰਿਆ, ਇਹ ਪੂਰਬਲੇ ਜਨਮਾਂ ਦੇ ਸੰਜੋਗਾਂ ਦੇ ਨਾਲ ਮਿਲੇ ਆ। ਇਹ ਲੈਣਾ ਦੇਣਾ ਦੇਣ ਵਾਲੇ ਆ। ਕਿਸੇ ਨੇ ਕਿਸੇ ਦਾ ਕੁਝ ਦੇਣਾ, ਉਹ ਮਾਂ ਪਿਓ ਬਣ ਕੇ ਉਹਦੀ ਸੇਵਾ ਕਰਦਾ, ਜਾਂ ਧੀਆਂ ਪੁੱਤਰ ਬਣ ਕੇ ਉਹਨਾਂ ਦੀ ਸੇਵਾ ਕਰਦੇ ਆ। ਕਿਸੇ ਨੇ ਪਿਛਲੇ ਜਨਮ ਦਾ ਕਿਸੇ ਤੋਂ ਕੋਈ ਹਿਸਾਬ ਕਿਤਾਬ ਲੈਣਾ, ਉਹ ਫਿਰ ਮਾਂ ਪਿਓ ਬਣ ਕੇ ਜਾਂ ਧੀਆਂ ਪੁੱਤਰ ਬਣ ਕੇ ਜਾਂ ਇਸ ਤਰ੍ਹਾਂ ਸੰਬੰਧੀ ਬਣ ਕੇ ਲੈਣਾ ਦੇਣਾ ਉਹ ਆਪਣਾ ਭੋਗਦੇ ਆ। ਪਰ ਅੰਤਹਿ ਕੋ ਨਾ ਸਹਾਈ। ਇਹਨਾਂ ਚੋਂ ਅੰਤ ਵੇਲੇ ਪਰਮੇਸ਼ਰ ਦੀ ਦਰਗਾਹ ਵਿੱਚ, ਧਰਮ ਰਾਜੇ ਦੀ ਕਚਹਿਰੀ ਵਿੱਚ ਕੋਈ ਸਹਾਇਤਾ ਕਰਨ ਵਾਲਾ ਨਹੀਂ। ਸੱਜਣ ਦੇ ਬਥੇਰੇ ਬਣਾਏ ਆ, ਪਰ ਉਹ ਸਾਰੇ ਲੈਣੇ ਦੇਣੇ ਦੇਣ ਵਾਲੇ ਆ, ਇੱਥੇ ਵਾਸਤੇ ਹੀ ਆ। ਪਰ ਸੱਜਣ ਕਿਹੜਾ ਚਾਹੀਦਾ?
ਸੱਜਣ ਸਈ ਨਾਲ ਮੈਂ ਚਲਦਿਆ ਨਾਲ ਚਲਨ। ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਸੱਜਣ ਤੇ ਉਹ ਆ ਭਾਈ ਜਿਹੜੇ ਨਾਲ ਚੱਲਣ ਵੇਲੇ ਜਿੱਥੇ ਜਮਦੂਤ ਲੇਖਾ ਮੰਗਣ ਪਰਲੋਕ ਵਿੱਚ ਜੀਵ ਪਾਸੋਂ ਲੇਖਾ ਮੰਗਿਆ ਜਾਏ, ਉੱਥੇ ਖੜੇ ਦਿਸਣ ਵੀ ਹਾਂ ਅਸੀਂ ਤੇਰੇ ਕੋਲ ਆ, ਅਸੀਂ ਕਰਦੇ ਇਹਨਾਂ ਨਾਲ ਗੱਲ। ਪਰ ਪਿਆਰਿਓ ਸਾਰੇ ਇੱਥੇ ਦੇ ਹੀ ਇਹ ਹਿਸਾਬ ਕਿਤਾਬ ਆਪਣਾ ਚੁਕਾਉਣ ਆਉਂਦੇ ਆ। ਕਿਸੇ ਸ਼ਾਹੂਕਾਰ ਦੇ ਘਰ ਲੜਕਾ ਜੰਮਿਆ, ਸੋ ਕਹਿੰਦੇ ਸਿਆਣਿਆਂ ਦੱਸਿਆ ਕਿ ਇਹ ਲੜਕੇ ਦੀ ਉਮਰ ਇੰਨੀ, ਪੁੱਛਿਆ ਜਦੋਂ, ਕਹਿਣ ਲੱਗੇ ਇੰਨੀ ਆ ਜਦੋਂ ਤੈਨੂੰ 500 ਰੁਪਇਆ ਮਿਲ ਗਿਆ ਤੇ ਚੜ੍ਹਾਈ ਕਰ ਜੇਗਾ। ਉਹ ਵਧਾਈਆਂ ਦੇਣ ਆਏ, ਸਲੋਕ ਪਿਆਰ ਦਿੱਤਾ ਸਾਰਿਆਂ ਨੇ। 500 ਰੁਪਇਆ ਜਦੋਂ ਹੋ ਗਿਆ, ਉਸ ਵੇਲੇ ਉਹ ਚੜ੍ਹਾਈ ਕਰ ਗਿਆ। ਫਿਰ ਕਹਿੰਦੇ ਇਸੇ ਤਰ੍ਹਾਂ ਹੀ ਲੜਕਾ ਜੰਮਿਆ, ਪੁੱਛਿਆ ਜੀ ਇਹਦੇ ਬਾਰੇ ਦੱਸੋ। ਉਹ ਸਿਆਣੇ ਨੇ ਦੱਸਿਆ, ਕਹਿਣ ਲੱਗੇ ਵੀ ਇਹ 500 ਰੁਪਇਆ ਨੇ ਤੇ ਇੱਥੋਂ ਲੈਣਾ, ਤੇ ਜਦੋਂ ਇਹ ਤੇਰਾ ਹਿਸਾਬ ਪੂਰਾ ਹੋ ਗਿਆ ਇਹ ਚਲਾ ਜਾਏਗਾ। ਲੜਕਾ ਜਨਮ ਦੇ ਸਾਰ ਹੀ ਬਿਮਾਰ ਹੋ ਗਿਆ, ਬੜੀਆਂ ਦਵਾਈਆਂ ਦਾਰੂ ਕਰਾਏ, ਪਰ ਕੁਝ ਇਲਾਜ ਜਿਹੜਾ ਉਹਦਾ ਨਾ ਹੋ ਸਕਿਆ। ਅਖੀਰ ਨੂੰ 5 ਰੁਪਏ ਬਾਕੀ ਕੋਲ ਸਨ। ਥੱਕ ਗਿਆ, ਹਾਰ ਗਿਆ ਕਿ ਹੁਣ ਕਿਤੋਂ ਵੀ ਕਿਸੇ ਵੈਦ ਕੋਲੋਂ ਵੀ ਕਿਸੇ ਪਾਸੋਂ ਵੀ ਇਹ ਠੀਕ ਨਹੀਂ ਹੋਇਆ, ਹੁਣ ਮੈਂ ਦਵਾਈ ਨਹੀਂ ਲਿਆਉਣੀ, ਹੁਣ ਮੈਂ ਇਹਨੂੰ ਕਿਤੇ ਨਹੀਂ ਲੈ ਕੇ ਜਾਣਾ। ਜਦੋਂ ਬੱਚੇ ਦੇ ਪਾਸ ਬੈਠਾ ਹੈ, ਬੱਚੇ ਦੀ ਹਾਲਤ ਬੜੀ ਗੰਭੀਰ ਹੈ, ਬੜਾ ਦੁਖੀ ਹੋ ਰਿਹਾ ਬੱਚਾ। ਬੱਚਾ ਵਿਲਕ ਰਿਹਾ ਹੈ ਤੇ ਇਸ ਸਮੇਂ ਗੁਰੂ ਕੇ ਪਿਆਰਿਓ ਬੱਚੇ ਦੀ ਇਹੋ ਜਿਹੀ ਹਾਲਤ ਵੇਖ ਕੇ, ਉਹਨੂੰ ਦੀ ਤਕਲੀਫ ਨੂੰ ਵੇਖ ਕੇ ਸਹਾਰ ਨਾ ਸਕਿਆ, ਚਲਾ ਗਿਆ ਕਿ ਮੈਂ ਕੋਈ ਦਰਦ ਵਾਲੀ ਗੋਲੀ ਲਿਆ ਕੇ ਇਹਨੂੰ ਦੇ ਦਿਆਂ, ਦਵਾਈ ਲਿਆ ਕੇ ਦੇ ਦਿਆਂ। ਜਦੋਂ ਜਾ ਕੇ ਉਹ 5 ਰੁਪਏ ਸੀ ਖਰਚ ਦਿੱਤੇ, ਉਧਰ ਉਹ ਲੜਕਾ ਚੜ੍ਹਾਈ ਕਰ ਗਿਆ। ਇਸ ਪ੍ਰਕਾਰ ਇਹ ਲੈਣ ਦੇਣ ਵਾਲੇ ਸਾਰੇ ਸੰਬੰਧੀ ਆ। ਪੂਰਬਲੇ ਜਨਮਾਂ ਦਾ ਜੋ ਹਿਸਾਬ ਕਿਤਾਬ ਆ, ਜਿਵੇਂ ਉਹ ਸਾਖੀ ਆਉਂਦੀ ਆ ਨਾ, ਪੰਡਤ ਸੀ ਕਾਂਚੀ ਦੇ ਵਿੱਚ, ਉਹਦੇ ਪਾਸ ਉਹ ਤਪਸਵੀ ਗਿਆ, ਜਿਹਦਾ ਹੱਥ ਜੋ ਸੀ ਰਾਜੇ ਨੇ ਕਟਵਾ ਦਿੱਤਾ ਸੀ ਆਪਣੀ ਨੂੰਹ ਦੇ ਕਹਿਣ ਤੇ, ਕਿ ਇਹਨੇ ਮੇਰੇ ਪਤੀ ਨੂੰ ਮਾਰ ਦਿੱਤਾ। ਜਦੋਂ ਉਹ ਤਪਸਵੀ ਉੱਥੇ ਪਹੁੰਚਿਆ ਕਿ ਉਹ ਪੰਡਤ ਵਿਦਵਾਨ ਸਮੁੰਦਰਕ ਸ਼ਾਸਤਰ ਪੜ੍ਹਿਆ ਹੋਇਆ, ਉਹ ਦੱਸ ਦੇਗਾ। ਪੰਡਤ ਘਰ ਨਹੀਂ ਸੀ, ਘਰ ਵਾਲੀ ਨੂੰ ਪੁੱਛਿਆ ਕਿ ਪੰਡਤ ਜੀ ਨੂੰ ਮਿਲਣਾ, ਉਹਨੇ 5-7 ਗਾਲਾਂ ਪੰਡਤ ਨੂੰ ਕੱਢੀਆਂ, ਇਹਨੂੰ ਵੀ ਝਿੜਕਿਆ। ਸਾਧੂ ਜਿਹੜਾ ਗਿਆ ਸੀ ਇਹ ਤਪਸਵੀ,
ਬੜਾ ਹੈਰਾਨ ਹੋਇਆ ਕਿ ਪੰਡਤ ਦਾ ਬੜਾ ਨਾਂ ਹੈ, ਸਾਰੇ ਲੋਕ ਕਹਿੰਦੇ ਕਿ ਉਹ ਬੜਾ ਵਿਦਵਾਨ ਆ, ਤੇ ਇਹ ਘਰਵਾਲੀ ਕਿਵੇਂ ਬੋਲਦੀ ਆ। ਥੋੜਾ ਸਮਾਂ ਉਡੀਕਿਆ, ਪੰਡਤ ਦੇ ਘਰਵਾਲੀ ਜੋ ਪੰਡਤ ਜੀ ਆ ਗਏ ਬਾਹਰੋਂ, ਪੰਡਤ ਜੀ ਨੂੰ ਮਿਲਿਆ, ਬੜੇ ਪ੍ਰੇਮ ਨਾਲ ਪੰਡਤ ਜੀ ਨੇ ਬਹਾਇਆ, ਪੁੱਛਿਆ ਕੋਲ ਬਿਠਾ ਕੇ, ਦੱਸੋ ਆਓ ਜੀ ਕਿਵੇਂ ਆਏ ਹੋ। ਕਹਿਣ ਲੱਗੇ ਆਏ ਤਾਂ ਇੱਕ ਪ੍ਰਸ਼ਨ ਲੈ ਕੇ ਸੀ, ਪਰ ਹੁਣ ਦੋ ਬਣ ਗਏ। ਪਹਿਲਾਂ ਇਹ ਦੱਸੋ ਕਿ ਤੁਸੀਂ ਇੰਨੇ ਵੱਡੇ ਵਿਦਵਾਨ ਹੋ ਤੇ ਤੁਹਾਡੇ ਘਰ ਵਾਲੀ, ਮੈਂ ਪੁੱਛਿਆ ਕਿ ਪੰਡਤ ਜੀ ਕਿੱਥੇ, ਉਹਨੇ 5-7 ਗਾਲਾਂ ਤੁਹਾਨੂੰ ਕੱਢੀਆਂ, ਨਾਲ ਮੈਨੂੰ ਵੀ ਬੁਰਾ ਭਲਾ ਕਿਹਾ, ਇਹਦਾ ਸੁਭਾਅ ਕਿਦਾਂ ਦਾ। ਕਹਿਣ ਲੱਗਾ ਜੀ, ਪੰਡਤ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਇਹ ਵੀ ਕਰਮਾਂ ਦੀ ਖੇਡ ਆ। ਕਹਿੰਦੇ ਪਿਛਲੇ ਜਨਮ 'ਚ ਇਹ ਗਧੀ ਸੀ, ਇਹਨੂੰ ਲਾਗਾ ਲੱਗਾ ਸੀ, ਮੈਂ ਇਹਨੂੰ ਚੁੰਝਾਂ ਮਾਰਦਾ ਸਾਂ, ਕਾਂ ਸਾਂ, ਮੇਰਾ ਕਾਂ ਦਾ ਜਨਮ ਸੀ, ਔਰ ਚੁੰਝਾਂ ਮਾਰ ਕੇ ਇਹਨੂੰ ਮੈਂ ਦੁਖੀ ਕਰਦਾ ਸੀ। ਇੱਕ ਦਿਨ ਇਹਦੇ ਚੁੰਝ ਮਾਰੀ ਤੇ ਇਹੋ ਜਿਹੀ ਚੁੰਝ ਫਸੀ, ਉਹ ਹੱਡ ਵਿੱਚ ਨਿਕਲੀ ਨਾ। ਮੈਂ ਚੁੰਝ ਕੱਢਣ ਲਈ ਤੜਫਿਆ, ਇਹ ਹੋਰ ਜ਼ਿਆਦਾ ਦੁਖੀ ਹੋ ਕੇ ਭੱਜੀ। ਗੰਗਾ ਦੇ ਪਾਣੀ ਵਿੱਚ ਵੜ ਗਈ, ਜਿੱਥੇ ਜ਼ਿਆਦਾ ਪ੍ਰਵਾਹ ਤੇਜ਼ ਚੱਲਦਾ ਸੀ, ਇਹ ਦੁਖੀ ਹੋ ਕੇ ਉੱਥੇ ਚਲੀ ਗਈ, ਇਹ ਵੀ ਰੁੜ ਗਈ, ਮੈਂ ਵੀ ਵਿੱਚੇ ਮਰ ਗਿਆ। ਦੋਨੋਂ ਗੰਗਾ ਦੇ ਵਿੱਚ ਮਰਨ ਕਰਕੇ, ਕਿਉਂਕਿ ਗੰਗਾ ਦੇ ਉੱਪਰ ਸਾਧੂ ਮਹਾਤਮਾ ਪਰਮੇਸ਼ਰ ਦਾ ਨਾਮ ਜਪਦੇ ਸੀ, ਉਹਨਾਂ ਦੀ ਚਰਨ ਧੂੜੀ ਸਾਡੇ ਤੇ ਪਈ, ਇਸ ਕਰਕੇ ਸਾਡਾ ਜੋ ਇਹ ਮੌਤ ਵੀ ਸਾਡੇ ਰਾਸ ਆ ਗਈ ਤੇ ਸਾਨੂੰ ਬ੍ਰਾਹਮਣਾਂ ਦੇ ਘਰ ਵਿੱਚ ਇਹ ਜਨਮ ਮਿਲਿਆ। ਮੈਨੂੰ ਪਿਛਲੇ ਜਨਮ ਦੀ ਸੋਝੀ ਆ ਕਿ ਮੈਂ ਇਹਨੂੰ ਠੂੰਗੇ ਮਾਰਦਾ ਸੀ, ਹੁਣ ਇਹ ਮੈਨੂੰ ਤਰਕਾਂ ਰੂਪੀ ਠੂੰਗੇ ਮਾਰਦੀ ਆ। ਕੋਈ ਨਹੀਂ, ਆਪਣਾ ਬਦਲਾ ਲੈ ਰਹੀ ਆ ਤੇ ਮੈਂ ਇਹਨੂੰ ਸਾਰੀਆਂ ਇਹਦੀਆਂ ਤਰਕਾਂ ਸਹਾਰ ਲੈਣਾ। ਇਸ ਪ੍ਰਕਾਰ ਉਹ ਪਿਛਲੇ ਜਨਮ ਦਾ ਉਹਨੇ ਦੱਸਿਆ ਕਿ ਇਹ ਸਾਰੀ ਖੇਡ ਆ। ਫਿਰ ਕਹਿਣ ਲੱਗਾ ਕਿ ਮੇਰੇ ਨਾਲ ਕਿਉਂ ਵਾਪਰੀ, ਮੈਂ ਤਾਂ ਕੁਛ ਕਿਹਾ ਨਹੀਂ, ਇਹਨੇ ਮੇਰਾ ਹੱਥ ਵਢਾਤਾ। ਕਹਿਣ ਲੱਗੇ ਕਿ ਤੂੰ ਪਿਛਲੇ ਜਨਮ ਵਿੱਚ ਤਪਸਵੀ ਸੀ, ਇਸੇ ਤਰ੍ਹਾਂ ਤਪੱਸਿਆ ਕਰ ਰਿਹਾ ਸੀ। ਇੱਕ ਗਾਂ ਕਸਾਈ ਤੋਂ ਛੁੱਟ ਕੇ ਭੱਜੀ, ਗਾਂ ਜੋ ਗਊ ਸੀ ਉਹ ਗਾਂ ਲੰਘ ਗਈ, ਅਗਾਂਹ ਲੰਘਣ ਤੋਂ ਕਸਾਈ ਤੁਹਾਡੇ ਪਾਸ ਆਇਆ, ਤੈਨੂੰ ਆ ਕੇ ਉਹਨੇ ਪੁੱਛਿਆ ਕਿ ਇੱਥੋਂ ਇੱਕ ਗਊ ਲੰਘੀ ਹੈ, ਤੂੰ ਦੱਸ ਦਿੱਤਾ ਕਿ ਮੂੰਹ ਨਾਲ ਤਾਂ ਬੋਲਿਆ ਨਹੀਂ, ਹੱਥ ਨਾਲ ਇਸ਼ਾਰਾ ਕਰਤਾ। ਕਸਾਈ ਨੇ ਗਾਂ ਪਕੜ ਕੇ ਤੇ ਕਤਲ ਕਰਤੀ। ਉਹ ਕਸਾਈ ਬਣਿਆ ਰਾਜੇ ਦਾ ਲੜਕਾ। ਇਹ ਗਊ ਜੋ ਸੀ ਇਹ ਨਹੁੰ ਬਣੀ ਆ, ਇਹਨੇ ਆਪਣਾ ਬਦਲਾ ਲੈ ਲਿਆ, ਲੜਕੇ ਨੂੰ ਮਾਰਤਾ। ਹੁਣ ਤੇਰੀ ਵਾਰੀ ਜਿਹੜੀ ਆ ਉਹ ਇਸ ਤਰ੍ਹਾਂ ਹੈ ਕਿ ਤੂੰ ਹੱਥ ਕੀਤਾ ਸੀ, ਤੂੰ ਹੱਥ ਨਾ ਕਰਦਾ ਇਸ਼ਾਰਾ ਹੱਥ ਦਾ, ਤਾਂ ਗਊ ਜੋ ਅਸੀਂ ਪਕੜੀ ਨਹੀਂ ਸੀ ਜਾਣੀ, ਤੈਨੂੰ ਉਹ ਹੱਥ ਕਰਨ ਦਾ ਇਹ ਤੈਨੂੰ ਦੰਡ ਮਿਲਿਆ, ਤੇਰਾ ਹੱਥ ਕੱਟਿਆ ਗਿਆ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਸਾਰੇ ਸੰਜੋਗਾਂ ਦੀ ਖੇਡ ਹੈ। ਪੂਰਵਲੇ ਜਨਮ ਦੇ ਕਰਮਾਂ ਦੀ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ, ਇਹਨਾਂ ਵਿੱਚ ਮਨ ਨਾ ਲਾ। ਮੁਕਤ ਮਾਲ ਕਨਕ ਲਾਲ ਹੀਰਾ, ਮੋਤੀਆਂ ਦੀ ਮਾਲਾ, ਕਣਕ ਸੋਨਾ ਜੋ ਹੈ, ਲਾਲ ਹੀਰੇ ਜਵਾਹਰ ਆਦਿਕ ਜਿਹੜੇ ਹਨ, ਇਹ ਸਾਰੀ ਮਨ ਰੰਜਨ ਕੀ ਮਾਇਆ, ਮਨ ਨੂੰ ਰੰਜਨ ਭਰਮਾਉਣ ਵਾਲੀ ਹੈ। ਰੰਜਨ ਨਾਮ ਵੈਸੇ ਖੁਸ਼ ਕਰਨ ਦਾ ਹੁੰਦਾ, ਪਰ ਖੁਸ਼ ਕਰਕੇ ਆਪਣੇ ਚ ਲਾ ਲੈਂਦੀ, ਭਰਮਾ ਲੈਂਦੀ ਹੈ। ਇਹ ਸਾਰੀ ਮਾਇਆ ਹੀ ਜਾਣੋ, ਕੱਲੀ ਮਾਇਆ ਇਸ਼ਟਮੀਤ ਨਹੀਂ, ਇਹ ਸੰਬੰਧੀ ਹੀ ਨਹੀਂ,
ਇਹ ਜਿੰਨੇ ਵੀ ਆ ਨਾ ਮੁਕਤ ਮਾਲ, ਮੁਕਤੀਆਂ ਦੀ ਮਾਲਾ, ਸੋਨਾ, ਲਾਲ, ਹੀਰੇ, ਇਹ ਸਾਰੀ ਹੀ ਮਨ ਨੂੰ ਭਰਮਾਉਣ ਵਾਲੀ ਮਾਇਆ ਹੀ ਜਾਣੋ। ਹਾ ਹਾ ਕਰਤ ਬਿਹਾਨੀ ਅਬਦ ਹੈ, ਤਾ ਮਹਿ ਸੰਤੋਖ ਨਾ ਪਾਇਆ। ਕਿਉਂਕਿ ਇਹਨਾਂ ਵਿੱਚ ਮਨ ਨੂੰ ਲਾ ਕੇ ਹਾਂ ਮੇਰਾ ਹੀਰਾ, ਮੈਂ ਹੀਰੇ ਇਕੱਠੇ ਕਰਨੇ ਆ, ਸੋਨਾ ਇਕੱਠਾ ਕਰਨਾ, ਨਾ ਹੀਰਾ ਜੋ ਹੈ ਉਹ ਪਰਦਾ ਢੱਕਦਾ, ਨਾ ਹੀਰੇ ਨੂੰ ਪਹਿਨਿਆ, ਨਾ ਹੀਰਾ ਸੋਨਾ ਖਾਣ ਦੇ ਕੰਮ ਆਉਂਦਾ। ਬਸ ਇੱਕ ਮਨ ਹੀ ਲੱਗਾ ਨਾ ਇੱਧਰ ਸਰੀਰ ਦੀ ਜ਼ਰੂਰਤ ਤਾਂ ਤਨ ਢੱਕਣ ਵਾਸਤੇ ਸਾਦਾ ਕੱਪੜਾ ਪਹਿਨ ਲਓ, ਤਨ ਢੱਕਿਆ ਜਾਂਦਾ। ਕਈਆਂ ਨੇ ਵੇਖੀ ਦੇ ਆ ਮਹਿੰਗੇ ਮਹਿੰਗੇ ਵੀ ਪਾਏ ਹੁੰਦੇ ਆ, ਵਸਤਰ ਤੇ ਪਾਏ ਹੁੰਦੇ ਆ, ਪਾਉਣੇ ਚਾਹੀਦੇ ਆ ਸਰੀਰ ਨੂੰ ਲੋੜ ਅਨੁਸਾਰ। ਗਰਮੀਆਂ 'ਚ ਸਾਦੇ ਪਤਲੇ, ਔਰ ਸਿਆਲ ਦੇ ਵਿੱਚ ਮੋਟੇ ਵਸਤਰ ਕਿ ਠੰਡ ਨਾ ਲੱਗੇ। ਪਰ ਕਈ ਵਾਰੀ ਉਹ ਵਸਤਰ ਵਿਖਾਵਾ ਬਣ ਜਾਂਦੇ ਆ, ਫਿਰ ਕੀ ਕਰਦੇ ਆ, ਸਰੀਰ ਉਸੇ ਤਰ੍ਹਾਂ ਨੰਗੇਜ। ਭਾਵੇਂ 5-5 ਹਜ਼ਾਰ ਦੇ ਵੀ ਵਸਤਰ ਭਾਵੇਂ ਮਹਿੰਗੇ ਵੀ ਪਾਏ ਹੋਣ। ਸੋ ਗੁਰੂ ਕੇ ਪਿਆਰਿਓ, ਇਹ ਜਿਹੜੇ ਆ ਨਾ ਸਾਰੀ ਮਾਇਆ ਹੀ ਬਣ ਜਾਂਦੀ ਹੈ, ਮਾਇਆ ਹੀ। ਇਹਦੇ ਵਿੱਚ ਹਾ ਮੇਰਾ, ਹਾ ਮੈਂ ਇਕੱਠਾ ਕੀਤਾ, ਮਰ ਕੇ ਮੈਂ ਬਣਾਇਆ, ਸੋ ਇਸ ਪ੍ਰਕਾਰ ਹਾ ਕਰਦਿਆਂ ਹੀ ਬਿਹਾਨੀ ਅਉਧ ਹੈ, ਮੈਂ ਹੋਰ ਇਕੱਠਾ ਕਰਨਾ। ਜਾਂ ਹਾ ਖੁਸ਼ ਹੁੰਦਾ, ਬੱਲੇ ਬੱਲੇ ਮੈਂ ਇੰਨਾ ਇਕੱਠਾ ਕੀਤਾ। ਸਾਰੀ ਉਮਰ ਇਹਦੇ ਵਿੱਚ ਲੱਗਿਆ ਹੀ ਬਤੀਤ ਹੋ ਜਾਂਦੀ ਹੈ, ਪਰ ਤਾਂ ਮੈਂ ਸੰਤੋਖ ਨਾ ਪਾਇਆ। ਇਸ ਮਾਇਆ ਨੂੰ ਇਕੱਠੀ ਕਰਕੇ ਇਹਦੇ ਵਿੱਚ ਸੰਤੋਖ ਨਹੀਂ ਪ੍ਰਾਪਤ ਹੁੰਦਾ ਕਿ ਹੁਣ ਮੈਨੂੰ ਕੋਈ ਲੋੜ ਨਹੀਂ, ਬਸ ਇੰਨੀ ਬਹੁਤ ਆ। ਨਾ, ਜਿਹਦੇ ਕੋਲ 10 ਹੈ, 10 20 50 7 ਹੋਏ, 1000 ਲੱਖ ਮੰਗੇਗੀ, ਕੋਟ ਅਰਬ ਖਰਬ ਹੋਏ, ਪ੍ਰਿਥਵੀ ਪਤ ਹੋने की चाह जगेगी। भूम आकाश पताल को राज करो, तृष्णा अद की अत आग लगेगी। सुंदर एक संतोख बिना सठ, तेरी तो भूख कदे न भगेगी। ਇਹ ਜਿਉਂ-ਜਿਉਂ ਵੱਧਦੀ ਆ ਮਾਇਆ, ਤਿਉਂ-ਤਿਉਂ ਇਹਦਾ ਹੋਰ ਲਾਲਚ ਵੱਧਦਾ, ਤਿਉਂ-ਤਿਉਂ ਤ੍ਰਿਸ਼ਨਾ ਵੱਧਦੀ ਆ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੰਤੋਖ ਧਾਰੇ ਬਿਨਾ ਕੋਈ ਰੱਜਦਾ ਨਹੀਂ। ਸੰਤੋਖ ਕੀ ਚੀਜ਼ ਹੈ? ਜਥਾ ਲਾਭ ਤਥਾ ਸੰਤੋਖ। ਸੰਤੁਸ਼ਟ ਰਹਿਣਾ, ਜੋ ਮਿਲਿਆ ਉਹਦੇ ਚ ਸੰਤੁਸ਼ਟ ਰਹਿਣਾ, ਇਹਦਾ ਨਾਮ ਸੰਤੋਖ ਹੈ। ਸੋ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਇਸ ਪ੍ਰਕਾਰ ਪਿਆਰਿਓ, ਇਹ ਮਾਇਆ ਜਿਹੜੀ ਆ ਨਾ, ਇਹਦੇ ਵਿੱਚ ਹੀ ਹਾਏ ਮਾਇਆ ਜਾਂ ਹਾ ਬੜੀ ਮਾਇਆ, ਇਹ ਕਰਦਿਆਂ ਹੋਇਆਂ ਹੀ ਉਮਰ ਬਤੀਤ ਹੋ ਜਾਂਦੀ ਆ। ਜਿਸ ਮਨੋਰਥ ਲਈ ਇਹ ਜਨਮ ਮਿਲਿਆ, ਉਹ ਮਨੋਰਥ ਪੂਰਾ ਨਹੀਂ ਹੁੰਦਾ, ਔਧ ਪੂਰੀ ਹੋ ਜਾਂਦੀ ਆ, ਸੰਤੋਖ ਪ੍ਰਾਪਤ ਨਹੀਂ ਹੁੰਦਾ ਮਾਇਆ ਵਿੱਚ ਲੱਗਿਆ। ਹਾਸਤ ਰਥ ਅਸਬ ਪਵਨ ਤੇਜ, ਪਵਨ ਤੇਜ ਧਣੀ ਭੂਮਨ ਚਤੁਰਾਂਗਾ। ਹਸਤ ਰਥ ਅਸਬ ਪਵਨ ਤੇਜ, ਹਾਥੀ ਰਥ ਔਰ ਅਸਵ ਜਿਹੜੇ ਆ ਨਾ ਘੋੜੇ, ਪਵਨ ਤੇਜ, ਪਵਨ ਹਵਾ ਦੇ ਵਾਂਗ ਤੇਜ ਭੱਜਣ ਵਾਲੇ, ਹਵਾ ਦੀ ਚਾਲ ਨਾਲੋਂ ਵੀ ਤੇਜ ਚੱਲਣ ਵਾਲੇ। ਮਾਤੇ ਮਤੰਗ ਜਰੇ ਜਰ ਸੰਗ, अनूप उतंग सुरंग सवारे, कोट तुरंग कुरंग से कूदत पौन के दात गौन को जात निवारे। ਇਹ ਉੱਚੇ ਲੰਮੇ ਹਾਥੀ, ਸੋਹਣੇ ਸੁਰੰਗ, ਸੋ
ਸੋਨੇ ਦੀਆਂ ਹੌਦੀਆਂ ਪਾਈਆਂ, ਸੋਨੇ ਦੀਆਂ ਕਾਠੀਆਂ ਪਾਏ ਹੋਏ ਘੋੜੇ, ਸੋ ਨੁਕਰੇ ਘੋੜੇ, ਐਰਾਪਤ ਹਾਥੀ। ਇਸ ਪ੍ਰਕਾਰ ਉੱਚ ਸ਼ਰਵਾ ਵਰਗੇ ਘੋੜੇ। ਗੁਰੂ ਕੇ ਪਿਆਰਿਓ, ਇਹਨਾਂ ਦੇ ਵੱਲ ਧਿਆਨ ਲਾ ਕੇ ਰਥਾਂ ਦੇ ਵੱਲ ਕਿ ਆ ਮੇਰੇ ਕੋਲ ਰਥ ਆ ਬੜੇ ਸੁੰਦਰ, ਆ ਮੇਰੇ ਕੋਲ ਗੱਡੀਆਂ ਹਨ, ਮੇਰੇ ਕੋਲ ਮੋਟਰਸਾਈਕਲ ਹਨ। ਉਹ ਵੇਖਿਆ ਨਾ ਘਾਟ ਅਕਲ ਵਾਲਾ, ਉਹ ਮੋਟਰਸਾਈਕਲ ਡਿਜ਼ਾਈਨ ਕਰ ਕਰਕੇ ਬਣਾਉਂਦਾ ਰਿਹਾ। ਪਰ ਗੁਰੂ ਕੇ ਪਿਆਰਿਓ, ਉਹ ਮੋਟਰਸਾਈਕਲ ਗੱਡੀਆਂ ਜਿਹੜੀਆਂ ਆਪ ਮੋਡੀਫਾਈ ਕਰ ਕਰਕੇ ਬਣਾਈਆਂ, ਉਹ ਤੇ ਇੱਥੇ ਵੀ ਕੰਮ ਨਾ ਆਈਆਂ ਤੇ ਗਾਂਹ ਕਿੱਥੇ ਜਾਣਾ ਨਾਲ ਕਿਸੇ ਨੇ। ਹੁਣ ਜੇਲ੍ਹ 'ਚ ਬੈਠਿਆ, ਉਹ ਮੋਟਰਸਾਈਕਲ, ਉਹ ਗੱਡੀਆਂ ਸਾਰੀਆਂ ਬਾਹਰ ਹੀ ਰਹਿ ਗਈਆਂ। ਔਰ ਪਰਲੋਕ ਦੇ ਵਿੱਚ ਤਾਂ ਇਹਨਾਂ ਨੇ ਕੀ ਸਹਾਇਤਾ ਕਰਨੀ ਆ, ਜਾਂ ਇਹਨਾਂ ਦੇ ਸੁੱਖ ਕੀ ਮਿਲਣੇ ਆ। ਧਣੀ ਭੂਮਨ ਚਤੁਰੰਗਾ, ਧਣੀ ਬਣ ਗਿਆ ਮਾਲਕ ਭੂਮਨ ਧਰਤੀ ਦਾ। ਅਥਵਾ ਭੂ ਮਨ, ਭੂ ਧਰਤੀ ਤੇ ਮਾਣ ਮਣੀਆਂ ਆਦਿਕ ਦਾ। ਚਤੁਰੰਗਾ, 4 ਤਰ੍ਹਾਂ ਦੀ ਸੈਨਾ ਵੀ ਰੱਖ ਲਈ। ਪਹਿਲੇ ਸਮੇਂ ਵਿੱਚ 4 ਤਰ੍ਹਾਂ ਦੀ ਸੈਨਾ ਇਹ ਹੁੰਦੀ ਸੀ, ਪੈਦਲ, ਘੋੜੇ, ਰਥ ਤੇ ਹਾਥੀ। ਇਸ ਪ੍ਰਕਾਰ ਇਹ ਪਿਆਦੇ ਤੇ ਘੋੜ ਸੈਨਾ, ਰਥ ਸੈਨਾ ਤੇ ਹਾਥੀ ਸੈਨਾ। ਅੱਜ ਕੱਲ੍ਹ ਇਸ ਤਰ੍ਹਾਂ ਜਾਣ ਲਓ, ਪੈਦਲ ਸੋ ਔਰ ਟੈਂਕਾਂ ਵਾਲੀ, ਤੋਪਾਂ ਵਾਲੀ ਤੇ ਹਵਾਈ ਸੈਨਾ। ਇਸ ਪ੍ਰਕਾਰ ਇਹ 4 ਪ੍ਰਕਾਰ ਦੀ ਸੈਨਾ, ਜਿਹਦੇ 'ਚ ਲਾ ਲਓ ਜਲ ਸੈਨਾ, ਥਲ ਸੈਨਾ, ਹਵਾਈ ਸੈਨਾ ਤੇ ਇਹ ਅੰਗ ਰੱਖਿਅਕ ਜਿਹੜੇ ਆ ਬਣਾਏ। 4 ਤਰ੍ਹਾਂ ਦੀ ਜੋ ਸੈਨਾ ਵੀ ਕੋਲ ਰੱਖ ਲਏ। ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ, ਸੰਗ ਨਾ ਚਾਲਿਓ ਇਨ ਮਹਿ ਕਛੂਐ, ਊਠ ਸਿਧਾਇਓ ਨਾਗਾ। ਉਹ ਘੱਟ ਅਕਲ ਵਾਲਿਆ, ਇਹਨਾਂ ਚੀਜ਼ਾਂ ਵੱਲ ਵੇਖ ਕਰਕੇ ਜੋ ਬੜਾ ਚਿੱਤ ਲਾਇਆ ਸੀ ਕਿ ਮੇਰੇ ਕੋਲ ਇੰਨੀ ਸੈਨਾ, ਇੰਨੇ ਮੇਰੇ ਕੋਲ ਟੈਂਕ ਹਨ, ਤੋਪਾਂ ਹਨ, ਮੈਂ ਇਉਂ ਕਰ ਦੂੰ, ਮੈਂ ਜਿਉਂ ਕਰ ਦੂੰ, ਮੇਰਾ ਇੱਕ ਇਸ਼ਾਰੇ ਦੀ ਲੋੜ ਹੈ, ਮੈਂ ਇੱਕ ਮੇਰਾ ਮੂੰਹ ਤੋਂ ਬੋਲ ਕਹਿਣ ਦੀ ਲੋੜ ਹੈ, ਮੈਂ ਜੋ ਚਾਹੇ ਕਰ ਸਕਦਾ। ਪਰ ਵਿਚਾਰ ਕੇ ਵੇਖ, ਸੰਗ ਨਾ ਚਾਲਿਓ ਇਨ ਮਹਿ ਕਛੂ ਹੈ, ਇਹਨਾਂ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਚੱਲਿਆ। ਊਠ ਸਿਧਾਇਓ ਨਾਂਗਾ, ਜਦੋਂ ਨੰਗਾ ਹੀ ਉੱਠ ਕੇ ਚਲਾ ਗਿਆ। ਇੱਥੇ ਤਾਂ ਬੜੇ ਬੜੇ ਮਹਿੰਗੇ ਕੱਪੜੇ ਵੀ ਪਾ ਲਏ, ਸੋ ਲੱਖਾਂ ਲੱਖਾਂ ਰੁਪਈਆਂ ਦਾ ਇੱਕ ਇੱਕ ਸੂਟ, ਔਰ ਜੋ ਉਹਨਾਂ ਦੀ ਕੋਈ ਨਹੀਂ ਕੀਮਤ, ਜਿਹੜੇ ਪਾਏ ਬੂਟ, ਸੂਟ ਬੂਟ ਬੜੇ ਪਾ ਕੇ ਸੱਜ ਧੱਜ ਕੇ ਤੁਰਿਆ ਫਿਰਦਾ। ਪਰ ਅਖੀਰ ਵੇਲੇ ਜਦੋਂ ਨਾਂਗਾ 2 ਚੱਕ ਚੱਲਿਆ ਤਾਂ ਦਿਸਾ ਖਰਾ ਡਰਾਵਣਾ। ਜਦੋਂ ਜਮਦੂਤ ਨੰਗੇ ਨੂੰ ਫੜ ਕੇ ਲੈ ਗਏ, ਉੱਥੇ ਬੜਾ ਡਰਾਉਣਾ ਦਿਸਿਆ। ਉਸ ਵੇਲੇ ਤਾਂ ਤੇਰਾ ਕੁਝ ਵੀ ਨਾਲ ਨਾ ਗਿਆ। ਜੇ ਪਰਮੇਸ਼ਰ ਦਾ ਨਾਮ ਜਪਿਆ ਹੋਇਆ, ਕਿਸੇ ਨੂੰ ਭੁੱਖੇ ਨੂੰ, ਕਿਸੇ ਨੂੰ ਲੋੜਵੰਦ ਨੂੰ, ਸੋ ਨੰਗੇ ਨੂੰ ਬਸਤਰ ਦਿੱਤੇ ਹੋਏ, ਭੁੱਖੇ ਨੂੰ ਕੋਈ ਅੰਨ ਦਾਨ ਕੀਤਾ ਹੋਇਆ, ਉਹ ਤੇ ਤੈਨੂੰ ਕੰਮ ਮਿਲੇਗਾ, ਤੇਰੇ ਆਵੇਗਾ। ਗੁਰੂ ਪਿਆਰਿਓ, ਇੱਕ ਸਾਖੀ ਹੈ, ਸਮਾਂ ਜ਼ਿਆਦਾ ਹੋ ਚੱਲਿਆ। ਕੋਈ ਬਜ਼ੁਰਗ ਮਾਈ ਚੜ੍ਹਾਈ ਕੀਤੀ, ਅੱਜ ਤੋਂ ਕੋਈ 30-35 ਸਾਲ ਜੋ ਪਹਿਲਾਂ ਦੀ ਗੱਲ ਹੈ। ਇਹ ਗੁਰਮੁਖ ਪਿਆਰੇ ਭਾਈ ਮਲਕੀਤ ਸਿੰਘ ਨੇ ਦਾਸ ਨੂੰ ਸੁਣਾਈ ਸੀ। ਕਹਿਣ ਲੱਗੇ ਕਿ ਮੈਂ ਉਹ ਮਾਈ ਜੋ ਸੀ, ਫਿਰ ਸਮਾਂ ਜਦੋਂ ਸੰਸਕਾਰ ਕਰਨ ਲੱਗੇ ਜਿੰਦੀ ਹੋ ਗਈ।
ਕਹਿੰਦੇ ਮੈਂ ਜਾ ਕੇ ਉਹ ਮਾਤਾ ਨੂੰ ਪੁੱਛਿਆ, ਮਾਤਾ ਤੂੰ ਦੱਸ ਉੱਥੇ ਦੀ ਹਾਲਤ ਕਿਵੇਂ ਆ? ਮੈਂ ਕੋਲ ਜਾ ਕੇ ਪੁੱਛਿਆ ਪ੍ਰੇਮ ਨਾਲ। ਉਹ ਕਹਿਣ ਲੱਗੀ ਕਿ ਮੈਂ ਨਾ ਜਦੋਂ ਮਰੀ ਤੇ ਮੈਨੂੰ ਜਮਦੂਤ ਜਿਹੜੇ ਸੀ ਲਈ ਜਾਣ, ਉੱਥੇ ਇੱਕ ਫਟਿਆ ਜਿਹਾ ਹੋਇਆ ਇੱਕ ਵਸਤਰ ਸੀ ਤੇ ਉਹ ਪੂਰਾ ਨਹੀਂ, ਉਹ ਮੈਨੂੰ ਦੇਤਾ ਨਾ ਪਹਿਨਣ ਨੂੰ। ਆਂਦਾ ਮੈਂ ਬੜਾ ਹੈਰਾਨ ਹੋ ਕੇ ਪੁੱਛਿਆ ਕਿ ਇਹ ਕਿਵੇਂ? ਕਹਿੰਦੀ ਉਹ ਵਸਤਰ ਪਤਾ ਕਿਹੜਾ ਸੀ? ਅਸੀਂ ਬੜੇ ਕੰਜੂਸ ਹਾਂ, ਸਾਡਾ ਘਰ ਸਾਰਾ ਹੀ, ਅਸੀਂ ਕਦੀ ਕੋਈ ਪੁੰਨ ਦਾਨ ਨਹੀਂ ਕੀਤਾ। ਉਹ ਇੱਕ ਦਿਨ ਕਹਿੰਦੀ ਕੋਈ ਵਸਤਰ ਫਟ ਗਿਆ ਸੀ ਤੇ ਉਹ ਪਹਿਨਣ ਦੇ ਕੰਮ ਨਹੀਂ ਸੀ ਆਉਂਦਾ ਕਿਸੇ ਦੇ। ਕੋਈ ਗਰੀਬ ਆਈ ਵਿਚਾਰੀ ਮੰਗਣ ਵਾਸਤੇ ਤੇ ਮੈਂ ਉਹਨੂੰ ਦੇ ਦਿੱਤਾ ਕਿ ਆ ਲੈ ਜਾ, ਸਾਡੇ ਦੇ ਕੰਮ ਨਹੀਂ ਆ। ਕਹਿੰਦੀ ਉਹ ਵਸਤਰ ਜਿਹੜਾ ਮੈਂ ਪੁੰਨ ਦਾਨ ਕੀਤਾ ਸੀ ਉਹ ਮੈਨੂੰ ਮਿਲਿਆ। ਤੇ ਜਦੋਂ ਕਹਿੰਦੇ ਜਾ ਕੇ ਤੇ ਧਰਮਰਾਜੇ ਦੇ ਪੇਸ਼ ਕੀਤਾ ਜਮਦੂਤਾਂ ਨੇ, ਉਹ ਕਹਿਣ ਲੱਗਾ ਕਿ ਇਹ ਤੇ ਫਲਾਣੀ ਹੈ, ਨਾਂ ਤੇ ਇਹਦਾ ਵੀ ਨਣਤੋ ਆ, ਜਿਹੜਾ ਵੀ ਨਾਂ ਸੀ, ਪਰ ਇਹ ਫਲਾਣੀ ਜਾਤ ਦੀ ਆ, ਦੂਜੀ ਜਾਤ ਦੀ ਨੂੰ ਲੈ ਕੇ ਆਓ। ਪਿੰਡ ਇਹੀ ਆ, ਨਾਮ ਹੀ ਇਹੋ ਆ, ਪਰ ਜਾਤ ਉਹ ਫਲਾਣੀ ਜਾਤ ਦੀ ਆ, ਉਹਨੂੰ ਲੈ ਕੇ ਆਓ, ਇਹਦੀ ਤਾਂ ਜੋ ਉਮਰ ਹੈਗੀ ਆ। ਕਹਿੰਦੀ ਉਸ ਵੇਲੇ ਉਹਨਾਂ ਮੈਨੂੰ ਧੱਕਾ ਦਿੱਤਾ, ਉਧਰ ਇਹ ਮੈਂ ਸਰੀਰ 'ਚ ਉੱਠ ਖੜੀ ਆ। ਸੋ ਇਸ ਪ੍ਰਕਾਰ ਜੋ ਕੋਈ ਪੁੰਨ ਦਾਨ ਕਰਦਾ ਹੈ ਜਾਂ ਪਰਮੇਸ਼ਰ ਦਾ ਨਾਮ ਜਪਦਾ ਹੈ, ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸ਼ਰਧ ਗਈ। ਜਿਹਨੇ ਤਾਂ ਪਰਮੇਸ਼ਰ ਦੇ ਨਾਮ ਨੂੰ ਪਹਿਨਿਆ, ਪਰਮੇਸ਼ਰ ਦੇ ਨਾਮ ਦਾ ਭੋਜਨ ਛਕਿਆ, ਉਹਦੇ ਨਾਲ ਦੀ ਤੇ ਚੀਜ਼ ਹੀ ਕੋਈ ਨਹੀਂ। ਬਾਕੀ ਪੁੰਨ ਦਾਨ ਜਿਹੜੇ ਕੋਈ ਕਰਦੇ ਆ ਗੁਰੂ ਕੇ ਪਿਆਰਿਓ, ਇੱਥੇ ਨਹੀਂ, ਉਹਨਾਂ ਨੂੰ ਉਹੀ ਲਾਭ ਮਿਲਦਾ। ਜੋੜ ਕੇ ਰੱਖ ਲਿਆ ਬਥੇਰਾ, ਪਰ ਜਦੋਂ ਮੁੱਕ ਗਿਆ ਰਹਿਣ ਬਸੇਰਾ, ਅੱਗੇ ਨਹੀਂ ਇਹ ਚੱਲਣਾ ਇੱਕ ਪੈਰਾ। ਸੋ ਧੰਨ ਗਰੀਬ ਨਿਵਾਸ ਜੀ ਫਰਮਾਉਂਦੇ ਹਨ, ਇਹ ਜੋ ਕੁਝ ਵੀ ਜੋੜ ਕੇ ਰੱਖਿਆ, ਇਹਨਾਂ ਚੋਂ ਇੱਕ ਪੈਰ ਵੀ ਤੇਰੇ ਨਾਲ ਨਹੀਂ ਚੱਲਣਾ। ਜਦੋਂ ਨੰਗਾ ਹੀ ਜਮਦੂਤ ਪਕੜ ਕੇ ਲੈ ਗਏ ਨੰਗੇ ਨੂੰ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਤਾਕੈ ਹਰ ਹਰ ਗਾਈਐ। ਇਸ ਕਰਕੇ ਤੂੰ ਲਾਹਾ ਚਾਹੁੰਦਾ ਤੇ ਹਰੀ ਦੇ ਸੰਤ ਜੋ ਬੜੇ ਪਿਆਰੇ ਹਨ ਨਾ ਪ੍ਰੀਤਮ ਪ੍ਰਭੂ ਦੇ, ਉਹਨਾਂ ਦੀ ਸੰਗਤ 'ਚ ਮਿਲ ਕਰਕੇ ਉਹ ਵਾਹਿਗੁਰੂ ਦਾ ਨਾਮ ਜਪਦੇ, ਹਰ ਹਰ ਦਾ ਜਾਪ ਗਾਉਂਦੇ ਆ, ਨਾਮ ਨੂੰ ਗਾਉਂਦੇ ਹਨ, ਗੁਣਾਂ ਨੂੰ ਗਾਉਂਦੇ ਆ। ਤੂੰ ਵੀ ਉਹਨਾਂ ਨਾਲ ਮਿਲ ਕਰਕੇ ਪਰਮੇਸ਼ਰ ਦੇ ਗੁਣ ਗਾਉਣਾ ਕਰ। ਨਾਨਕ ਇਹਾ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਬੜਾ ਭਾਰੀ ਲਾਭ ਪ੍ਰਾਪਤ ਹੋਵੇਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨਾਨਕ ਨਾਮ ਦੀ ਮੋਹਰ ਛਾਪ ਲਾ ਕੇ ਇਹ ਸ਼ਬਦ ਦੀ ਸੰਪੂਰਨਤਾ ਕਰਦਿਆਂ ਕਥਨ ਕਰ ਰਹੇ ਹਨ ਕਿ ਭਾਈ ਸੰਗ ਸੰਤਨ ਕਾ ਪਾਈਏ, ਜੇ ਸੰਤਾਂ ਦੀ ਸੰਗਤ ਪ੍ਰਾਪਤ ਕਰੀਏਗਾ ਤਾਂ ਫਿਰ ਇੱਥੇ ਸੁਖ ਜਿਹੜਾ ਨਾਸ਼ ਤੋਂ ਰਹਿਤ ਸੁਖ ਇੱਥੇ ਵੀ ਪ੍ਰਾਪਤ ਹੋਵੇਗਾ। ਆਗਿਆ ਮੁਖ ਉਜਲ, ਮੋਹ ਕਾਲਾ ਦੋਜਕ ਚਾਲਿਆ, ਏਦਾਂ ਨਹੀਂ ਹੋਵੇਗਾ। ਮੂੰਹ ਉਜਲਾ ਮੁਖ ਲੈ ਕੇ ਤੂੰ ਪਰਲੋਕ ਨੂੰ ਜਾਵੇਂਗਾ। ਅਤੇ ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਅਬ ਆਦਰ ਸ਼ੁਭ ਦੇਊ। ਤੈਨੂੰ ਸੋ ਦਰਗਾਹ ਦੇ ਵਿੱਚ ਵੀ ਕੋਈ ਰੇ ਨਰਾਦਰੀ ਦੇ ਬਚਨ ਕਹਿੰਦੇ ਆ ਨਾ, ਅਰੇ ਕਿਆ ਕਰਤਾ, ਰੇ ਨਹੀਂ ਕੋਈ ਕਹੇਗਾ ਤੈਨੂੰ। ਉੱਥੇ ਵੀ ਤੈਨੂੰ ਸਤਿਕਾਰ ਦੇ ਨਾਲ ਕਹਿਣਗੇ, ਆਓ ਮਹਾਂਪੁਰਖਾਂ ਦੇ ਸੰਗੀਓ, ਆਓ ਬੈਠੋ, ਆਓ ਗੁਰੂ ਕੇ ਪਿਆਰਿਓ ਬੈਠੋ। ਇਸ ਪ੍ਰਕਾਰ ਇਹ ਸਤ ਸੰਗਤ ਦੀ ਤੈਨੂੰ ਮਹਾਨਤਾ ਮਿਲੇਗੀ। ਰੋਜ਼ਾਨਾ ਸੰਗਤ ਕਰਿਆ ਕਰ, ਲਾਹਾ ਲੈ। ਇਹ ਪਾਵਨ ਉਪਦੇਸ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਦੀ ਅਗਾਧ ਬੋਧ ਬਾਣੀ ਦੀ ਤੁੱਛ ਬੁੱਧੀ ਨਾਲ
ਵਿਚਾਰ ਕਰਦਿਆਂ ਹੋਈਆਂ ਅਨੇਕ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਆ ਦੋ ਪੰਕਤੀਆਂ ਪੜ੍ਹ ਕਰਕੇ ਫਤਿਹ ਬੁਲਾਈਏ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਤਾਕੈ ਹਰ ਹਰ ਗਾਈਐ। ਨਾਨਕ ਈਹਾ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।